ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਉੱਘੇ ਜਰਨਲਿਸਟ। ਵੈਲਕਮ ਰੰਧਾਵਾ ਸਾਹਿਬ। ਰੰਧਾਵਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਇਹ ਰੰਧਾਵਾ ਜਮਾ ਗੱਲ ਅੱਗੇ ਤੋਰਦੇ ਆ। ਸਵਾਲ ਮਦਨ ਮੋਹਨ ਮਿੱਤਲ ਤੋਂ ਕਰਦੇ ਆ। ਪ੍ਰਕਾਸ਼ ਸਿੰਘ ਬਾਦਲ ਦੇ ਪੱਕੇ ਆੜੀ ਕਹਿੰਦੇ, ਹਾਏ ਓ ਰੱਬਾ, ਉਹ ਕੋਈ ਮੌਕਾ ਪ੍ਰਸਤੀ ਦੀ ਹੱਦ ਹੁੰਦੀ ਆ। ਅਸੀਂ ਕਹਿੰਦੇ ਰਹੇ ਡਿਪਟੀ ਸੀਐਮ ਦੀ ਕੁਰਸੀ ਦੇ ਦਿਓ, ਉਦੋਂ ਹਿੰਦੂ ਯਾਦ ਨਾ ਆਏ। ਹੁਣ ਦੋ ਬਣਾਉਣ ਨੂੰ ਫਿਰਦੇ ਆ, ਇੱਕ ਦਲਿਤ ਇੱਕ ਹਿੰਦੂ। ਚੀਮਾ ਕਹਿੰਦੇ ਨਾ, ਐਸੀ ਕੋਈ ਮੌਕਾ ਪ੍ਰਸਤੀ ਨਹੀਂ ਗੀ। ਅਸੀਂ ਤਾਂ ਆਪਣੇ ਪ੍ਰਧਾਨ ਜੀ ਨੂੰ ਮੁੱਖ ਮੰਤਰੀ ਬਣਾਉਣਾ, ਭਾਵੇਂ 4 ਬਣਾਉਣੇ ਪੈ ਜਾਣ। ਮੈਂ ਮਾਫੀ ਚਾਹੁੰਦਾ, ਚੀਮਾ ਨੇ ਨਹੀਂ ਕਿਹਾ, ਇਹ ਹਾਸਾ ਮਜ਼ਾਕ ਕਰਦੇ ਆ। ਲਾਈਟ ਗੱਲਾਂ ਦੀ ਇਜਾਜ਼ਤ ਹੁੰਦੀ ਆ ਪੱਤਰਕਾਰਤਾ 'ਚ। ਚੀਮਾ ਉਹਨੂੰ ਕੰਡੈਮ ਕਰਦੇ, ਅੱਗੇ ਤੁਰਦੇ ਆ। ਦੂਜੇ ਪਹਿਲੂ ਤੇ ਜਾਂਦੇ ਆ ਤਾਂ ਰਾਜਕੁਮਾਰ ਵੇਰਕਾ ਕਹਿੰਦੇ ਆ, ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਸਕਾਟ ਕਰਕੇ ਅੰਮ੍ਰਿਤਸਰ ਦੇ ਵਿੱਚ ਲਈ ਫਿਰਦੇ ਰਹੇ, ਹੁਣ ਕੈਪਟਨ ਦੇ ਵਿਰੋਧੀ ਮੰਤਰੀਆਂ ਨੂੰ ਕਹਿੰਦੇ ਆ, ਉਹ ਤੁਹਾਡੇ ਪੈਰਾਂ ਥੱਲੇ ਜ਼ਮੀਨ ਕੈਪਟਨ ਦੀ ਆ। ਓਏ ਉਹਨੇ ਮੋਦੀ ਲਹਿਰ ਦੇ ਵਿੱਚ ਪੈਰ ਨਹੀਂ ਲੱਗਣ ਦਿੱਤੇ ਮੋਦੀ ਦੇ ਪੰਜਾਬ 'ਚ। ਅੱਜ ਤੁਸੀਂ ਜੋ ਵੀ ਉਹ ਐਸ਼ ਕਰਦੇ ਹੋ, ਨਜ਼ਾਰੇ ਲੁੱਟਦੇ ਰਹੇ ਹੋ, ਬੁੱਲੇ ਲੁੱਟਦੇ ਰਹੇ ਹੋ, ਕੈਪਟਨ ਅਮਰਿੰਦਰ ਸਿੰਘ ਦੇ ਦਿੱਤੇ ਹੋਏ ਆ। ਅੱਧੇ ਜਿਹੜੇ ਸ਼ਬਦ ਖਾ ਗਏ ਉਹ ਸੀਗੇ ਕਿ ਭਾਵੇਂ ਮੈਨੂੰ ਕੱਖ ਨਹੀਂ ਮਿਲਿਆ, ਪਰ ਤੁਸੀਂ ਤਾਂ ਕੋਈ ਮਾੜੀ ਮੋਟੀ ਕਰ ਲਓ। ਇਹ ਸਦਾ ਉਹ ਅਟੈਕ ਕਰਦੇ ਆ। ਲੇਕਿਨ ਇਸ ਤੋਂ ਬਾਅਦ ਹਰਪਾਲ ਸਿੰਘ ਚੀਮਾ, ਜਿਹੜੇ ਆਮ ਆਦਮੀ ਪਾਰਟੀ ਦੇ LOP ਆ, ਉਹ ਏਜੰਡਾ ਸੈੱਟ ਕਰਦੇ ਨਜ਼ਰ ਆਉਂਦੇ ਆ। STF ਨਸ਼ਾ ਪੰਜਾਬ ਦਾ ਵੱਡਾ ਮੁੱਦਾ ਹੈ। ਮੈਨੂੰ ਗੁਟਕਾ ਸਾਹਿਬ ਯਾਦ ਆ ਜਾਂਦੇ ਆ। ਨਸ਼ਾ ਪੰਜਾਬ ਦਾ ਵੱਡਾ ਮੁੱਦਾ। ਕਹਿੰਦੇ STF ਦੀ ਰਿਪੋਰਟ ਬੰਦ ਲਿਫਾਫਿਆਂ 'ਚ, ਸੀਲਬੰਦ ਲਿਫਾਫਿਆਂ 'ਚ ਧੂੜ ਫੱਕਦੀ, ਉਹਦੇ ਦਰਸ਼ਨ ਕਰਾ ਦਿਓ, ਲੋਕਾਂ 'ਚ ਜਨਤਕ ਕਰ ਦਿਓ। ਇਹ ਏਜੰਡਾ ਸੈੱਟ ਹੋਣ ਲੱਗ ਗਿਆ ਕਿ ਪਹਿਲੀ ਕਾਰਵਾਈ ਸਿੱਧੂ ਦੇ ਬਣਨ ਤੋਂ ਬਾਅਦ ਇੱਧਰ ਨੂੰ ਤੁਰੇ। ਚੀਮਾ ਅਧੂਰੀ ਗੱਲ ਕਰਦੇ ਆ, ਜਨਤਕ ਕਿਉਂ ਕਰਨੀ ਆ ਯਾਰੋ, ਕਾਰਵਾਈ ਕਰੋ। ਤੇ ਥੋੜਾ ਜਿਹਾ ਅੱਗੇ ਆਉਂਦੇ ਆ। ਡਾਕਟਰ ਮਨਮੋਹਨ ਸਿੰਘ 30 ਸਾਲਾਂ ਬਾਅਦ, ਜਦੋਂ ਉਹ 91 ਦੇ ਵਿੱਚ 24 ਜੁਲਾਈ 1991 ਦੇ ਵਿੱਚ ਜਿਹੜੇ ਆਰਥਿਕ ਸੁਧਾਰਾਂ ਵਾਲਾ ਬਜਟ ਪੇਸ਼ ਕਰਦੇ, ਪਹਿਲੀ ਵਾਰੀ ਜਦੋਂ ਵਿਦੇਸ਼ੀ ਪੂੰਜੀ ਨਿਵੇਸ਼ ਹੁੰਦਾ ਭਾਰਤ ਵਿੱਚ, ਰਾਹ ਖੁੱਲਦੇ ਆ, ਉਦਾਰੀਕਰਨ ਦੀ ਗੱਲ ਹੁੰਦੀ ਆ, ਉਹਨੂੰ ਯਾਦ ਕਰਦੇ। ਕਹਿੰਦੇ ਇੱਕ ਵਾਰੀ ਫਿਰ ਤੁਰਨ ਦੀ ਲੋੜ ਆ। ਤੇ ਅਗਲੀ ਗੱਲ, ਓਲੰਪਿਕਸ ਵੱਲੋਂ ਇੱਕ ਠੰਡੀ ਹਵਾ ਦਾ ਬੁੱਲਾ ਆਉਂਦਾ ਤੇ ਨਾਲ ਹੀ ਜਸੂਸੀ ਵਰਗੀਆਂ ਗੱਲਾਂ ਤੇ ਵਿਸਥਾਰ ਹੋਣ ਲੱਗਦੇ ਆ। ਅਮਰੀਕਾ ਦਖਲ ਦਿੰਦਾ, ਭਾਰਤ ਦਾ ਜ਼ਿਕਰ ਕਰਦਾ। ਮਨਪ੍ਰੀਤ ਰੰਧਾਵਾ ਮੇਰੇ ਨਾਲੋਂ ਜ਼ਿਆਦਾ ਜਾਣਦੇ ਇਹਨਾਂ ਮਸਲਿਆਂ ਤੇ। ਅੱਗੇ ਤੁਰਦੇ ਆ। ਮਨਪ੍ਰੀਤ ਜੀ, ਮਦਨ ਮੋਹਨ ਮਿੱਤਲ ਦਾ ਦਰਦ ਆਖਰ ਛਲਕ ਗਿਆ ਕਿ ਕੋਈ ਤਾਂ ਥੋੜਾ ਬਹੁਤਾ ਹੱਕ ਰੱਖ ਲਓ, ਉਦੋਂ ਸਾਨੂੰ ਦਿੰਦੇ ਨਹੀਂ ਸੀ, ਹੁਣ ਚੱਕੀ ਫਿਰਦੇ ਹੋ, ਥਾਲੀ 'ਚ ਪਰੋਸਦੇ ਫਿਰਦੇ ਹੋ। ਕੀ ਕਹਿੰਦੇ ਹੋ? ਬਿਲਕੁਲ ਸਹੀ ਗੱਲ ਹੈ ਜੀ। ਕਹਿੰਦੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ, ਹਿਸਟਰੀ ਰਿਪੀਟਸ ਇਟਸੈਲਫ, ਏਦਾਂ ਵੀ ਅੰਗਰੇਜ਼ੀ 'ਚ ਕਹਿ ਦਿੰਦੇ ਆ। ਮੈਨੂੰ ਯਾਦ ਆ, ਜਦੋਂ ਨਵੀਂ ਸਰਕਾਰ ਬਣਦੀ ਹੈ ਪਹਿਲੀ ਟਰਮ ਦੇ ਵਿੱਚ 2007 ਦੇ ਵਿੱਚ, ਇਹ ਗੱਲ ਆਉਂਦੀ ਸੀ ਕਿ ਇੱਕ ਡਿਪਟੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਬੜੇ ਸੁਖਾਵੇਂ ਰਿਸ਼ਤੇ ਰਹੇ ਆ। ਤੇ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ, ਉਹ ਜਿਹੜੇ ਰਿਸ਼ਤੇ ਨੇ ਆਪਸ ਦੇ ਵਿੱਚ ਬਹੁਤ ਸੁਖਾਵੇਂ ਨਹੀਂ ਰਹੇ। ਤੇ ਅਕਸਰ ਜਦੋਂ ਵੀ ਭਾਰਤੀ ਜਨਤਾ ਪਾਰਟੀ ਦੇ ਕੋਈ MLA ਹੁੰਦੇ ਸੀ ਜਾਂ ਲੀਡਰ ਹੁੰਦੇ ਸੀ, ਤੇ ਜਦੋਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਮੁਸੀਬਤਾਂ ਆ ਜਾਂਦੀਆਂ ਸੀ, ਤੇ ਭੱਜ ਕੇ ਪ੍ਰਕਾਸ਼ ਸਿੰਘ ਬਾਦਲ ਹੋਣਾ ਕੋਲੇ ਚਲੇ ਜਾਂਦੇ ਸੀ, ਤੇ ਉਹ ਦੋਨਾਂ ਨੂੰ ਬੁਲਾ ਕੇ ਫਿਰ ਠੰਡੇ ਕਰਦੇ ਸੀ, ਆਪਸ ਦੇ ਵਿੱਚ ਮੇਲ ਮਿਲਾਪ ਕਰਾਉਂਦੇ ਸੀ। ਮੈਨੂੰ ਯਾਦ ਆ ਕਿ ਮਨੋਰੰਜਨ ਕਾਲੀਆ ਹੋਣਾ ਦਾ ਨਾਂ ਬੜਾ ਚੱਲਦਾ ਸੀ ਕਿ ਉਹ ਡਿਪਟੀ ਚੀਫ ਮਿਨਿਸਟਰ ਬਣਨਗੇ, ਉਪ ਮੁੱਖ ਮੰਤਰੀ ਬਣਨਗੇ, ਲੇਕਿਨ ਇਹ ਗੱਲ ਕਦੇ ਹੋਈ ਨਹੀਂ। ਇਸੇ ਕਰਕੇ ਤੁਸੀਂ ਆਪਸ ਦੇ ਵਿੱਚ ਖਿੱਚੋਤਾਣ ਚੱਲਦੀ ਰਹੀ, ਔਰ ਭਾਰਤੀ ਜਨਤਾ ਪਾਰਟੀ ਦਾ ਆਪਣਾ ਇੱਕ ਧੜਾ ਵੀ ਨਹੀਂ ਸੀ ਚਾਹੁੰਦਾ ਕਿ ਮਨੋਰੰਜਨ ਕਾਲੀਆ ਕੋਈ ਉਪ ਮੁੱਖ ਮੰਤਰੀ ਬਣਨ। ਤੁਹਾਨੂੰ ਪਤਾ ਕਿ ਪਾਰਟੀਆਂ ਦੇ ਵਿੱਚ, ਕੋਈ ਪਾਰਟੀ ਹੋਵੇ, ਪੋਲੀਟੀਕਲ ਪਾਰਟੀ, ਉਹਨਾਂ ਦੇ ਆਪਸ ਦੇ ਵਿੱਚ ਧੜੇਬਾਜ਼ੀ ਬਹੁਤ ਜ਼ਿਆਦਾ। ਜਿੱਥੇ ਤੱਕ ਮਦਨ ਮੋਹਨ ਮਿੱਤਲ ਹੋਣਾ ਦਾ ਤਾਲੁਕ ਆ, ਬੜੇ ਇਹਨਾਂ ਦੀ ਇੱਜ਼ਤ ਨਾਲ ਨਾਂ ਲਿਆ ਜਾਂਦਾ ਇਹਨਾਂ ਦਾ ਪਾਰਟੀ ਦੇ ਵਿੱਚ ਵੀ, ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਇਹਨਾਂ ਦੀ ਪੂਰੀ ਇੱਜ਼ਤ ਸੀ। ਬਿਲਕੁਲ ਜਿਹੜਾ ਇਹਨਾਂ ਦਾ ਦਰਦ ਹੁਣ ਝਲਕਦਾ, ਔਰ ਇਹ ਕਹਿਣਾ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਹ ਹੁਣ ਦੋ ਮੁੱਖ ਮੰਤਰੀ ਥਾਪਣ ਲੱਗੀ ਆ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਦਲਿਤ ਉਪ ਮੁੱਖ ਮੰਤਰੀ ਲਾਵਾਂਗੇ ਤੇ ਦੂਸਰਾ ਅਸੀਂ ਜਿਹੜਾ ਹਿੰਦੂ ਲਾਵਾਂਗੇ, ਤੇ ਫਿਰ ਉਹਨਾਂ ਨੂੰ ਆਪਣੀ ਯਾਦ ਆ ਜਾਂਦੀ ਹੈ ਕਿ ਸਾਨੂੰ ਕੀ ਹੋਇਆ ਸੀ, ਸਾਡੇ ਵਿੱਚੋਂ ਕਿਉਂ ਨਹੀਂ ਲਾਇਆ ਗਿਆ। ਸੋ ਇਹੋ ਜਿਹੀਆਂ ਚੀਜ਼ਾਂ ਬਿਲਕੁਲ ਆਉਂਦੀਆਂ। ਤੇ ਮੈਂ ਜਿਸ ਤਰ੍ਹਾਂ ਕਿਹਾ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਅੱਜ ਮਜਬੂਰੀਆਂ ਹੋ ਗਈਆਂ ਸਾਰੀਆਂ ਪਾਰਟੀਆਂ ਦੀਆਂ। ਅੱਜ ਸਾਰੀਆਂ ਪਾਰਟੀਆਂ ਹਿੰਦੂਆਂ ਦੀ ਗੱਲ ਕਰਨ ਲੱਗ ਪਈ, ਦਲਿਤਾਂ ਦੀ ਗੱਲ ਕਰਨ ਲੱਗ ਪਈ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਵਖਰੇਵਾਂ ਵੀ ਲਿਆਉਂਦੀਆਂ, ਕਿਤੇ ਨਾ ਕਿਤੇ ਆਪਸ ਦੇ ਵਿੱਚ ਪਾੜ ਵੀ ਪਾਉਂਦੀਆਂ। ਤੇ ਜੇ ਸਾਰੀਆਂ ਧਿਰਾਂ ਦੀ ਗੱਲ ਕੀਤੀ ਜਾਵੇ, ਸਾਰੇ ਮਾਸ਼ਰੇ ਦੀ ਤੇ ਸਾਰੇ ਭਾਈਚਾਰੇ ਦੀ ਗੱਲ ਕੀਤੀ ਜਾਵੇ, ਕੋਈ ਵਿਅਕਤੀ ਹੋਵੇ, ਸਾਰਿਆਂ ਦੀ ਤਰੱਕੀ ਦੀ ਗੱਲ ਕਰੇ, ਤਾਂ ਸ਼ਾਇਦ ਵਧੀਆ ਗੱਲ ਹੋਗੀ। ਜੀ ਰੰਧਾਵਾ ਜੀ। ਵੈਸੇ ਮਨਪ੍ਰੀਤ ਜੀ, ਮਦਨ ਮੋਹਨ ਮਿੱਤਲ ਭੁੱਲ ਗਏ, ਵੈਸੇ ਵੀ ਉਮਰ ਕਾਫੀ ਹੈ।
ਉਹਨਾਂ ਦੀ ਪਾਰਟੀ ਨੇ ਇਹ ਚੱਲਣ ਸ਼ੁਰੂ ਕੀਤਾ ਸੀ, ਕਹਿੰਦੇ ਅਸੀਂ ਤਾਂ ਦਲਿਤ ਚਿਹਰਾ ਦਿਆਂਗੇ ਐਰਕਾਂ, ਤੇ ਰਾਜਨੀਤੀ ਵੀ ਉਹਨਾਂ ਦਲਿਤ ਵਾਲੇ ਪਾਸੇ ਲੈ ਕੇ ਜਾਣੀ ਸ਼ੁਰੂ ਕਰਤੀ। ਹਾਲਾਂਕਿ ਮੈਂ ਇਸ ਸ਼ਬਦ ਨੂੰ ਨਹੀਂ, ਮੈਂ ਤਾਂ ਪਛੜੇ ਵਰਗਾਂ ਦੀ ਰਾਜਨੀਤੀ ਵੀ ਕਹਿਣਾ ਪਸੰਦ ਨਹੀਂ ਕਰਦਾ, ਕਿਉਂਕਿ ਗੁਰੂ ਕਹਿੰਦਾ ਹੈ ਕਿ ਕੋਈ ਵੀ ਉੱਚਾ ਨੀਵਾਂ ਨਹੀਂ, ਇਹ ਸਾਰੇ ਵਖਰੇਵੇਂ ਇੱਥੋਂ ਨਿਕਲਦੇ ਸਾਡੇ ਵੱਲੋਂ। ਇਹ ਵਾਹੀਆਤ ਕਿਸਮ ਦੀਆਂ ਗੱਲਾਂ ਨੇ, ਲੇਕਿਨ ਇਹ ਬੀਜੇਪੀ ਨੇ ਸ਼ੁਰੂ ਕੀਤੀ ਸੀ, ਆਖੇ ਅਸੀਂ ਦਲਿਤ ਬਣਾਵਾਂਗੇ, ਤੇ ਉਸ ਤੋਂ ਬਾਅਦ ਫਿਰ ਕੌਣ ਕਹਿੰਦੇ ਨਾ ਜੀ, ਤੇ ਫਿਰ ਅਸੀਂ ਕਿਸੇ ਦੀ ਨੂੰਹ ਧੀ ਤੋਂ ਘੱਟ ਆ, ਸਾਰੇ ਉਸੇ ਲੀਹ ਤੇ ਅੱਗੇ ਤੁਰਦੇ ਨਜ਼ਰ ਆਏ ਆ, ਆਪਣਾ ਭੁੱਲ ਗਏ। ਪਰ ਮੈਂ ਨਾਲ ਦੂਜਾ ਪੁੱਛ ਲਾਂ, ਆ ਜਿਹੜਾ ਵੇਰਕਾ ਸਾਹਿਬ ਦਾ ਦਰਦ ਆ, ਇਸ ਦਰਦ ਦੇ ਵਿੱਚ ਵੀ ਵਾਹਵਾ ਜਜ਼ਬਾਤ ਲੁਕੇ ਹੋਏ ਆ। ਵੇਰਕਾ ਸਾਹਿਬ ਕਹਿੰਦੇ ਤੁਸੀਂ ਮੰਤਰੀ, ਉਹ ਮੰਤਰੀ ਮਾਝੇ ਵਾਲਿਆਂ ਦਾ ਖਾਸ ਤੌਰ ਤੇ ਨਾਂ ਤਾਂ ਨਹੀਂ ਲੈਂਦੇ, ਧਿਆਨ ਤੇ ਉਹਨਾਂ ਦਾ ਇਹੀ ਆ, ਸਰਕਾਰ ਤੇ ਇਹੀ ਚਲਾਉਂਦੇ ਰਹੇ, ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਦੇ ਪਹੀਏ ਤਾਂ ਇਹੀ ਸੀ। ਉਹ ਕਹਿੰਦੇ ਉਹ ਜਿਹਦੇ ਖਿਲਾਫ ਲੱਗੇ ਹੋ ਉਹਦੇ ਸਿਰ ਤੇ ਐਸ਼ ਕਰਦੇ ਰਹੇ ਹੋ, ਕੁਝ ਤੇ ਪਿਛਾਂ ਝਾਤੀ ਮਾਰ ਲਓ, ਉਸੇ ਹੀ ਰੁੱਖ ਨੂੰ ਵੱਢਣ ਡੈ ਪਿਓ ਜਿਹਦੇ ਤੇ ਪਿੰਗਾਂ ਝੂਟਦੇ ਰਹੇ ਹੋ। ਵੇਰਕਾ ਦਾ ਇਹ ਵੀ ਦਰਦ ਬੜਾ ਵਸੀਹ ਰਿਹਾ, ਮੈਂ ਤੇ ਬੜਾ ਵੱਡਾ ਲੀਡਰ ਸੀਗਾ, ਮੈਨੂੰ ਤੁਸੀਂ ਲਾਗੇ ਨਾ ਲੱਗਣ ਦਿੱਤਾ, ਤੇ ਹੁਣ ਉਹ ਕੈਪਟਨ ਦੇ ਨੇੜੇ ਵੀ ਆ ਤੇ ਸਿੱਧੂ ਦੇ ਨੇੜੇ ਵੀ ਆ। ਵੇਰਕਾ ਕੁਝ ਕਹਿ ਰਹੇ ਆ, ਇਹਦੇ ਕੁਝ ਅਰਥ ਨੇ, ਕਿੱਦਾਂ ਦੇ ਲੈਨੇ ਹੋ ਅਰਥ? ਤਾਨੇ ਮਿਹਣੇ ਇਹ ਹੈਗੇ ਆ, ਤੁਹਾਨੂੰ ਪਤਾ ਵਿਅੰਗ ਵੀ ਚੱਲਣਗੇ, ਸਾਰਾ ਕੁਝ ਆਊਗਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਆ। ਦੇਖੋ, ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ਲੋਕਾਂ ਦੀਆਂ ਆਸ਼ਾਵਾਂ ਸੀ, ਬਹੁਤ ਆਸਾਂ ਸੀ, ਔਰ ਜਦੋਂ ਤੁਸੀਂ ਯਾਦ ਕਰੋ ਰੰਧਾਵਾ ਜੀ, ਜਦੋਂ ਅਰੁਣ ਜੇਤਲੀ, ਜਦੋਂ ਲਹਿਰ ਸੀ ਪੂਰੀ ਜ਼ੋਰ ਤੇ, ਨਰਿੰਦਰ ਮੋਦੀ ਹੋਣਾ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਸਰਕਾਰ ਬਣਨੀ ਸੀ, ਭਾਰਤੀ ਜਨਤਾ ਪਾਰਟੀ ਦੀ ਲਹਿਰ ਸੀ, ਤੇ ਅੰਮ੍ਰਿਤਸਰ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦਾ ਅਰੁਣ ਜੇਤਲੀ ਨੂੰ ਹਰਾਉਣਾ ਬੜੀ ਵੱਡੀ ਗੱਲ ਮੰਨੀ ਗਈ ਸੀ। ਖੈਰ, ਮੋਦੀ ਸਰਕਾਰ ਨੂੰ ਬਾਅਦ ਚ ਨਰਿੰਦਰ ਮੋਦੀ ਹੋਣਾ ਨੂੰ, ਚਾਹੇ ਉਹ ਹਾਰ ਵੀ ਗਏ ਸੀ, ਫਿਰ ਵੀ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਆਪਣੇ ਉੱਥੇ ਬਣਾਉਣਾ ਪਿਆ, ਤੇ ਉਹਨਾਂ ਨੇ ਜਾ ਕੇ ਆਪਣੇ ਕੇਂਦਰੀ ਮੰਤਰੀ ਬਣਾਉਣਾ ਪਿਆ। ਮੇਰਾ ਕਹਿਣ ਦਾ ਮਤਲਬ ਸੀ ਕਿ ਜਿਹੜਾ ਇੱਕ ਹਾਰਿਆ ਹੋਇਆ ਮੰਤਰੀ ਹੈ ਤੇ ਇੱਕ ਜਿੱਤਿਆ ਹੋਇਆ ਮੰਤਰੀ ਆ, ਉਹਦਾ ਜਿਹੜਾ ਸੈਲਫ ਕੌਨਫੀਡੈਂਸ, ਉਹਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ। ਖੈਰ, ਇਹ ਗੱਲਾਂ ਉਹਨਾਂ ਦੀ ਪਾਰਟੀ ਵਿੱਚੋਂ ਉੱਠੀਆਂ ਸੀ, ਲੇਕਿਨ ਕਿਉਂਕਿ ਨਰਿੰਦਰ ਮੋਦੀ ਹੋਣਾ ਦਾ ਆਪਣੀ ਪਾਰਟੀ ਦੇ ਵਿੱਚ ਕੱਦ ਬਹੁਤ ਵੱਡਾ ਸੀ, ਇਸ ਕਰਕੇ ਉਸ ਤਰ੍ਹਾਂ ਦੀਆਂ ਬਾਗੀ ਸੁਰਾਂ ਉੱਭਰੀਆਂ ਨਹੀਂ। ਲੇਕਿਨ ਕੈਪਟਨ ਅਮਰਿੰਦਰ ਸਿੰਘ ਉਦੋਂ ਵੱਡੇ ਲੀਡਰ ਬਣ ਕੇ ਉੱਭਰੇ ਸੀ, ਔਰ ਯਾਦ ਕਰੋ, ਕਾਂਗਰਸ ਨੇ ਉਸ ਟਾਈਮ ਉਹਨਾਂ ਨੂੰ ਲੋਕ ਸਭਾ ਦਾ ਡਿਪਟੀ ਲੀਡਰ ਵੀ ਬਣਾਇਆ ਸੀ। ਹਾਲਾਂਕਿ ਉਹ ਲੋਕ ਸਭਾ ਦੇ ਵਿੱਚ ਘੱਟ ਹੀ ਜਾਂਦੇ ਸੀ, ਤੇ ਕਈ ਮੁੱਦਿਆਂ ਤੇ, GST ਵਰਗੇ ਮੁੱਦਿਆਂ ਤੇ ਉਹ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਖੜੇ ਹੋ ਗਏ ਸੀ, ਤੇ ਇਸ ਕਰਕੇ ਜਿਹੜੀ ਹਾਈ ਕਮਾਂਡ ਨੂੰ ਬੜੀ ਚਿੰਤਾ ਪੈਦਾ ਹੋ ਗਈ ਸੀ ਕਿ ਜਿਹੜੇ ਸਾਡੇ ਮੁੱਦੇ, ਹਾਲਾਂਕਿ GST ਦਾ ਪਹਿਲਾ ਕਨਸੈਪਟ ਤਾਂ ਕਾਂਗਰਸ ਹੀ ਲੈ ਕੇ ਆਈ ਸੀ, ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਅਪਣਾ ਕੇ ਉਹਨੂੰ ਅਪਣਾ ਲਿਆ। ਕਹਿਣ ਦਾ ਮਤਲਬ ਇਹ ਸਾਰੀਆਂ ਚੀਜ਼ਾਂ ਵੀ ਆਈਆਂ। ਔਰ ਰਾਜਕੁਮਾਰ ਵੇਰਕਾ ਤੇ ਜੇ ਵਾਪਸ ਆਈਏ, ਬਿਲਕੁਲ ਉਹਨਾਂ ਦੀਆਂ ਗੱਲਾਂ ਠੀਕ ਆ, ਕੈਪਟਨ ਅਮਰਿੰਦਰ ਸਿੰਘ ਦੇ ਮੋਢੇ ਤੇ ਚੜ ਕੇ ਬਹੁਤ ਸਾਰੇ ਮੰਤਰੀ ਬਣੇ ਆ, ਬਹੁਤ ਸਾਰੇ ਲੋਕਾਂ ਨੇ ਮਲਾਈਆਂ ਖਾਧੀਆਂ, ਲੇਕਿਨ ਹਾਂ ਬਿਲਕੁਲ, ਜਿਹੜਾ ਵਕਤ ਦੀ ਨਜ਼ਾਕਤ ਹੁੰਦੀ ਆ ਰੰਧਾਵਾ ਜੀ, ਕਿਉਂਕਿ ਉਹਨਾਂ ਤੋਂ ਤਵੱਕੋ ਇਹ ਕੀਤੀ ਜਾਂਦੀ ਸੀ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਲੀਡਰ ਨੂੰ ਹਰਾਉਂਦੇ ਆ ਤੇ ਉਹਨਾਂ ਦੇ ਖਿਲਾਫ ਪੂਰੇ ਡਟ ਕੇ ਖੜਨ, ਲੇਕਿਨ ਇਸ ਤਰ੍ਹਾਂ ਹੋਇਆ ਨਹੀਂ, ਕਿਉਂਕਿ ਜਿਹੜੇ ਸੰਕੇਤ ਆਏ ਕਿਤੇ ਨਾ ਕਿਤੇ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਜਾਂ ਭਾਜਪਾ ਦੇ ਨਾਲ ਸੁਖਾਵੇਂ ਰਿਸ਼ਤੇ ਹੋਣ ਦਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਆਮ ਤੌਰ ਤੇ ਇਹ ਗੱਲ ਫਾਰਮਲ ਨਹੀਂ ਆ, ਇਹ ਲੋਕਾਂ ਦੇ ਵਿੱਚ ਤੁਸੀਂ ਦੱਸੋ, ਪੋਲੀਟੀਕਲ ਪਾਰਟੀਆਂ ਦੇ ਵਿੱਚ ਤੁਸੀਂ ਦੇਖੋ, ਉਹ ਕਹਿੰਦੇ ਆ ਕਾਂਗਰਸ ਦੇ ਚਾਹੇ ਕੰਮ ਹੋਣ ਨਾ ਹੋਣ, ਕਾਂਗਰਸ ਦੇ ਵਰਕਰਸ ਦੇ, ਭਾਰਤੀ ਜਨਤਾ ਪਾਰਟੀ ਦਾ ਹੋਵੇ, RSS ਦਾ ਹੋਵੇ, ਜਾਂ ਈਵਨ ਸ਼੍ਰੋਮਣੀ ਅਕਾਲੀ ਦਲ ਦੇ, ਕਹਿੰਦੇ ਕੰਮ ਨਹੀਂ ਰੁਕਦੇ। ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਜਾਂ ਨਹੀਂ ਸੱਚਾਈ ਸਾਨੂੰ ਨਹੀਂ ਪਤਾ, ਪਰ ਇਹ ਗੱਲਾਂ ਦੇ ਵਿੱਚ ਇਹ ਆਮ ਪ੍ਰਚਲਿਤ ਆ ਲੋਕਾਂ ਦੇ ਵਿੱਚ ਗੱਲਾਂ ਜੀ। ਵੈਸੇ ਮਨਪ੍ਰੀਤ ਜੀ, ਇੱਕ ਟਿੱਪਣੀਕਾਰ ਮੇਰੇ ਨਾਲ ਹੱਸਦਿਆਂ ਮੈਨੂੰ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਮੁਕੱਦਰ ਦੇ ਬਹੁਤ ਧਨੀ ਹੈ। ਮੈਂ ਕਿਹਾ ਕਿਵੇਂ? ਕਹਿੰਦੇ ਪ੍ਰਤਾਪ ਸਿੰਘ ਬਾਜਵੇ ਨੇ ਸੋਚਿਆ ਜਦੋਂ ਪ੍ਰਧਾਨ ਸੀ ਵੀ ਇਹ ਜਿੰਨੇ ਵੱਡੇ ਚਿਹਰੇ ਨੇ ਨਾ, ਰਵਨੀਤ ਬਿੱਟੂ, ਕੈਪਟਨ ਅਮਰਿੰਦਰ, ਰਜਿੰਦਰ ਕੌਰ ਭੱਠਲ, ਖੂੰਜੇ ਲਾ ਦਿਓ, ਦਿੱਲੀ ਨੂੰ ਤੋਰ ਦਿਓ, ਇੱਥੇ ਵਿਹੜਾ ਖਾਲੀ ਕਰ ਲੈਨੇ, ਜਿੱਦਾਂ ਕਹਿੰਦੇ ਹੁੰਦੇ ਨਾ ਵੀ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ। ਤੇ ਪ੍ਰਤਾਪ ਸਿੰਘ ਬਾਜਵਾ ਕੈਪਟਨ ਦੇ ਮੁਕੱਦਰ ਨੂੰ ਭੁੱਲ ਗਿਆ ਵੀ ਉਹ ਪਿੱਛੋਂ ਕਿਸ ਖਾਨਦਾਨ ਚੋਂ ਆ ਰਿਹਾ, ਤੇ ਧੱਕੇ ਨਾਲ ਹੀ ਉਹਨਾਂ ਨੂੰ ਤਾਜ ਤੂਜ ਮਿਲਦੇ ਰਹਿੰਦੇ ਆ। ਉਹ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਦਾ ਤੀਰ ਟਿਕਾਣੇ ਲੱਗ ਗਿਆ, ਨਾ ਕਰਦਿਆਂ ਹਾਂ ਭਰ ਗਏ ਤੇ ਜੇਤਲੀ ਨੂੰ ਹਰਾ ਗਏ। ਤੇ ਦੂਜੇ ਬੰਨੇ ਇਹੀ ਪੱਤਾ ਅਕਾਲੀਆਂ ਨੇ ਖੇਡਿਆ ਸੀ ਕਿ ਸਿੱਧੂ ਨੂੰ ਆਊਟ ਕਰਨ ਲਈ ਆਖੇ ਜੇਟਲੀ ਸਾਹਿਬ ਤੁਸੀਂ ਤਾਂ ਉੱਥੇ ਕਾਗਜ਼ ਭਰ ਜਾਓ। ਮੋਦੀ ਨੂੰ ਵੀ ਕਿਹਾ, ਬਾਦਲ ਸਾਹਿਬ ਕਹਿੰਦੇ ਲੋੜ ਨਹੀਂ ਜੀ, ਤੁਸੀਂ ਭੇਜੋ ਤਾਂ ਸਹੀ, ਵੇਖੋ ਨੇਰੀ ਲਿਆ ਦਿਆਂਗੇ, ਰਿਕਾਰਡ ਜਿੱਤ ਹੋਊਗੀ ਜੇਟਲੀ ਸਾਹਿਬ। ਤੇ ਜੇਟਲੀ ਸਾਹਿਬ ਇੱਥੋਂ ਭਾਰੇ ਕਦਮੀ ਜਦੋਂ ਫਲਾਈਟ ਫੜਦੇ ਆ, ਤੇ ਮੈਨੂੰ ਯਾਦ ਹੈ ਉਹ ਬੰਦਾ ਸੋਚਦਾ ਹੋਣਾ ਕਿ ਕਦੇ ਵੀ ਦੂਜਿਆਂ ਦੇ ਮੋਢਿਆਂ ਤੇ ਉਡਾਨ ਨਹੀਂ ਭਰਨੀ ਚਾਹੀਦੀ। ਸੋ ਮੁਕੱਦਰਾਂ ਦੀ ਗੇਮ ਆ। ਪ੍ਰਤਾਪ ਸਿੰਘ ਬਾਜਵਾ ਹਨੇਰੀ ਗਲੀ ਚ ਗੁੰਮ ਹੋ ਗਏ,
ਅਕਾਲੀਆਂ ਲਈ ਉਤੋਂ ਦਿਨ ਪੁੱਠੇ ਫਿਰ ਗਏ ਤੇ ਨਵਜੋਤ ਸਿੰਘ ਸਿੱਧੂ ਵੀ ਉਲਝ ਕੇ ਰਹਿ ਗਏ। ਲੇਕਿਨ ਹੁਣ ਇੱਕ ਵਾਰੀ ਫਿਰ ਦੋਨਾਂ ਦਾ ਮੁਕੱਦਰ ਸ਼ਾਈਨ ਕਰ ਰਿਹਾ। ਲੇਕਿਨ ਜੇ ਮੈਂ ਇੱਕ ਕਦਮ ਅੱਗੇ ਆਵਾਂ, ਹਰਪਾਲ ਸਿੰਘ ਚੀਮਾ ਪਹਿਲੇ ਦਿਨ ਹੀ ਛੱਕਾ ਮਾਰਦੇ ਆ, ਕਹਿੰਦੇ STF ਦੀ ਰਿਪੋਰਟ ਨੂੰ ਹਵਾ ਲਵਾ ਦਿਓ ਬਈ, ਇਹ ਬੰਦ ਲਿਫਾਫਿਆਂ ਨੂੰ ਖੋਲ ਦਿਓ। ਹੁਣ ਸਵਾਲ ਤਾਂ ਇਹੀ ਆ ਕਿ ਭੋਲਾ ਡਰੱਗ ਕੇਸ ਤੋਂ ਬਾਅਦ ਪੰਜਾਬ ਦਾ ਸਭ ਤੋਂ ਚਰਚਿਤ ਕੇਸ ਸੀ, ਸਿਆਸੀ ਬਿਊਰੋਕ੍ਰੇਸੀ ਕਈ ਕੁਝ ਹੋਇਆ, ਹਰਪ੍ਰੀਤ ਸਿੱਧੂ ਤੋਂ ਲੈ ਕੇ ਹੁਣ ਤੱਕ ਧੂੜ ਉੱਡਦੀ ਆ, ਵਿੱਚ ਕੁਝ ਨਹੀਂ ਨਜ਼ਰ ਆਉਂਦਾ। ਮੈਨੂੰ ਦੱਸਿਓ ਕਾਰਵਾਈ ਕਿਉਂ ਨਾ ਹੋਵੇ? ਇੱਕ ਵਾਰੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਓ। ਸਿੱਧੂ ਵੀ ਇਹੀ ਗਾਉਂਦੇ ਰਹੇ ਸਦਾ, ਸਿੱਧੂ ਵੀ ਇਹੀ ਗਾਉਂਦੇ ਰਹੇ ਵੀ ਨੰਗੇ ਕਰ ਦਿਓ ਚਿਹਰੇ, ਹੁਣ ਕਰ ਦਿਓ। ਝਿਜਕ ਕਾਹਦੀ ਆ? ਕੀ ਕਹਿੰਦੇ ਹੋ? ਝਿਜਕ ਹੈਗੀ ਆ ਆਪਸੀ ਹਿੱਤਾਂ ਦੀ। ਝਿਜਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇੱਕ ਖਾਸ ਜਿਹੜੀ ਪੋਲੀਟੀਕਲ ਵਿਲ ਹੋਣੀ ਚਾਹੀਦੀ ਹੈ, ਇੱਕ ਮਨਸ਼ਾ ਹੋਣੀ ਚਾਹੀਦੀ ਹੈ, ਇੱਕ ਦ੍ਰਿੜਤਾ ਹੋਣੀ ਚਾਹੀਦੀ ਹੈ, ਉਹ ਹੈ ਨਹੀਂ। ਜੇ ਉਹ ਹੋਵੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਵੀ ਕਿਸੇ ਵੀ ਚੀਜ਼ ਦੀ ਇਨਕੁਆਇਰੀ ਕਰਾ ਕੇ ਜਨਤਕ ਕੀਤੀ ਜਾਵੇ ਤੇ ਫਿਰ ਬਾਅਦ ਚ ਜਾ ਕੇ ਜੇ ਹਾਈ ਕੋਰਟ ਉਹਦਾ ਕੌਗਨੀਜ਼ੈਂਸ ਲਵੇ ਜਾਂ ਹਾਈ ਕੋਰਟ ਉਹਦਾ ਨੋਟਿਸ ਲਵੇ ਤੇ ਫਿਰ ਠੀਕ ਆ, ਉਸ ਤੋਂ ਬਾਅਦ ਉਹ ਪਈ ਰਵੇ। ਗੱਲ ਇਹ ਆ ਕਿ ਰਿਪੋਰਟਾਂ ਜਿਹੜੀਆਂ ਇਹ ਜਾਂਚਾਂ ਚੱਲਦੀਆਂ ਨੇ, ਜਾਂਚਾਂ ਪਹਿਲਾਂ ਹਾਈ ਕੋਰਟ ਪਹੁੰਚ ਜਾਂਦੀਆਂ ਨੇ। ਤੁਸੀਂ ਇਹ ਡਰੱਗ ਮਾਮਲਿਆਂ ਦੀ ਗੱਲ ਕੀਤੀ STF ਦੀ, ਉਹ ਬੰਦ ਲਿਫਾਫੇ 'ਚ ਪਈ ਹੈ ਤੇ ਹਰਪਾਲ ਸਿੰਘ ਚੀਮਾ ਹੋਣਾ ਦਾ ਕਹਿਣਾ ਬਿਲਕੁਲ ਠੀਕ ਆ ਕਿ ਇਹਨੂੰ ਜਨਤਕ ਕਰ ਦੋ। ਔਰ ਤੁਹਾਡੀ ਗੱਲ ਵੀ ਕਹਿਣੀ ਠੀਕ ਆ ਕਿ ਜਨਤਕ ਕਿਉਂ ਕਰ ਦੋ, ਉਸ ਤੇ ਕਾਰਵਾਈ ਕਿਉਂ ਨਾ ਕਰ ਦੋ। ਪਰ ਕਾਰਵਾਈ ਕਰਨੀ ਕਿਹਨੇ ਆ? ਕਾਰਵਾਈ ਤਾਂ ਸਰਕਾਰ ਨੇ ਕਰਨੀ ਆ। ਸਰਕਾਰ ਕਾਰਵਾਈ ਕਰਦੀ ਨਹੀਂ। ਇਹ ਤਾਂ ਹੈ ਨਹੀਂ ਕਿ ਜੇ ਅੱਜ ਇੱਕ ਬੰਦ ਲਿਫਾਫੇ 'ਚ ਰਿਪੋਰਟ ਪਈ ਆ ਤੇ ਉਸ ਤੋਂ ਬਾਅਦ ਤੁਸੀਂ ਨਸ਼ਿਆਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਸਕਦੇ। ਕਿ ਅੱਜ ਸਾਡੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਗਏ? ਕੀ ਜਿਹੜੇ ਸਾਡੇ ਰੀਹੈਬਿਲਿਟੇਸ਼ਨ ਸੈਂਟਰਸ ਆ ਜਿੱਥੇ ਉਹਨਾਂ ਦਾ ਇਲਾਜ ਹੁੰਦਾ, ਕੀ ਉਹ ਠੀਕ ਅਵਸਥਾ ਦੇ ਵਿੱਚ ਵਧੀਆ ਢੰਗ ਨਾਲ ਚੱਲ ਰਹੇ ਆ? ਇਹਨਾਂ ਤੇ ਵੀ ਸਵਾਲ ਹੋਣੇ ਚਾਹੀਦੇ ਆ। ਇਹ ਤਾਂ ਨਹੀਂ ਹੈ ਕਿ ਜੇ ਹਾਈ ਕੋਰਟ ਦੇ ਵਿੱਚ ਕੋਈ ਮਸਲਾ ਫਸ ਗਿਆ ਤੇ ਜਿਹੜੀ ਐਗਜ਼ੈਕਟਿਵ ਆ ਜਾਂ ਜਿਹੜਾ ਮੁੱਖ ਮੰਤਰੀ ਆ ਜਾਂ ਮੰਤਰੀ ਆ ਵੱਖਰੇ ਵੱਖਰੇ, ਉਹ ਕੋਈ ਕੰਮ ਹੀ ਕਰਨੋਂ ਬੰਦ ਕਰ ਦੇਣ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਲੋਕਾਂ ਨੂੰ ਦੱਸ ਕੇ, ਆਮ ਤੌਰ ਤੇ ਤੁਸੀਂ ਦੇਖ ਲਓ, ਮਾੜਾ ਜਿਹਾ ਕੋਈ ਮਸਲਾ ਆਉਂਦਾ ਤੇ ਇਹਨਾਂ ਕੋਲੇ ਇੰਨਾ ਵਧੀਆ ਬਹਾਨਾ ਹੁੰਦਾ। ਦੇਖੋ ਜੀ, ਉਹ ਤਾਂ ਜੀ ਕੋਰਟਾਂ 'ਚ ਮਸਲੇ ਆ, ਅਸੀਂ ਉਹ ਤੇ ਬੋਲ ਨਹੀਂ ਸਕਦੇ। ਬਿਲਕੁਲ ਬੋਲ ਸਕਦੇ ਹੋ ਤੁਸੀਂ, ਕੋਈ ਮਸਲੇ ਤੇ ਬੋਲ ਕੇ ਕਿਸੇ ਕੋਰਟ ਦੀ ਤੋਹੀਨ ਨਹੀਂ ਕਰਨੀ ਹੁੰਦੀ, ਉਹਨਾਂ ਦੀ ਕੋਈ ਮਾਣਹਾਨੀ ਨਹੀਂ ਕਰਨੀ ਹੁੰਦੀ। ਇਹ ਥੋੜੀ ਹੁੰਦਾ ਕਿ ਤੁਸੀਂ ਆਪਣੀ ਜਿਹੜੀ ਐਡਮਿਨਿਸਟ੍ਰੇਸ਼ਨ ਆ, ਆਪਣਾ ਪ੍ਰਸ਼ਾਸਨ ਆ, ਉਹੀ ਛੱਡ ਦਿਓ। ਇਹ ਜਿਹੜੀ ਚੀਜ਼ਾਂ ਨੂੰ ਜਨਤਾ ਨੂੰ ਕਈ ਵਾਰੀ ਰੰਧਾਵਾ ਜੀ ਗੁੰਮਰਾਹ ਕੀਤਾ ਜਾਂਦਾ ਕੋਰਟਾਂ ਦਾ ਜਿਹੜਾ ਡਰਾਵਾ ਦੇ ਕੇ। ਕੋਰਟਸ ਨਹੀਂ ਕਹਿੰਦੀਆਂ ਕਿ ਤੁਸੀਂ ਆਪਣੀ ਐਡਮਿਨਿਸਟ੍ਰੇਸ਼ਨ ਛੱਡ ਦਿਓ ਜਾਂ ਆਪਣੀਆਂ ਪਾਲਿਸੀਆਂ ਬਣਾਉਣੀਆਂ ਛੱਡ ਦਿਓ। ਕੌਣ ਕਹਿੰਦਾ ਕਿ ਤੁਸੀਂ ਆਪਣੀਆਂ ਪਾਲਿਸੀਜ਼ ਨਾ ਫਾਰਮੂਲੇਟ ਕਰੋ? ਜੀ ਮਨਪ੍ਰੀਤ ਜੀ, ਮੈਨੂੰ ਇੱਕ ਸਰੋਤ ਪ੍ਰਸ਼ਾਸਨਿਕ ਹਲਕਿਆਂ ਚੋਂ ਵੱਡਾ ਸਰੋਤ ਇਹ ਦੱਸਦਾ ਹੈ ਕਿ ਬਹੁਤ ਸਾਰੇ ਕੇਸ, ਮੈਂ ਹੁਣ ਉਦਾਹਰਨ ਵਜੋਂ ਕਹਿਣ ਲੱਗਿਆ ਕਿ ਮੰਨ ਲਓ ਆ ਬਿਜਲੀ ਕੰਪਨੀਆਂ ਸੀ, ਕੁਝ ਵਧਾਉਣਾ ਹੁੰਦਾ ਸੀ ਨਾ, ਕੁਝ ਰਾਹਤ ਲੈਣੀ ਹੁੰਦੀ ਸੀ, ਕੁਝ 19-21 ਕਰਾਉਣੀ ਹੁੰਦੀ ਸੀ ਐਗਰੀਮੈਂਟ ਤੋਂ ਪਾਸੇ ਜਾ ਕੇ। ਤੇ ਜਦੋਂ ਸਰਕਾਰ ਕੋਲ ਆਉਂਦੇ ਸੀ ਨਾ, ਜਿੱਥੇ ਵੱਡੇ ਦਲਾਨ ਜਿਹੜੇ ਡਰਾਇੰਗ ਰੂਮ ਲੰਬੇ ਲੰਬੇ, ਉਹਨਾਂ ਦੇ ਵਿੱਚ ਦੂਰ ਦੂਰ ਬਹਿ ਕੇ, ਕੋਵਿਡ ਦੇ ਦਿਨਾਂ ਤੇ ਅੱਗੇ ਪਿੱਛੇ ਵੀ ਇੱਕੋ ਗੱਲ ਹੁੰਦੀ ਸੀ, ਜੀ ਆ ਕਰ ਦਿਓ। ਕਹਿੰਦੇ ਜੀ ਇਹਦਾ ਰਸਤਾ ਪਿਛਲਾ ਹੋਰ ਹੈਗਾ, ਅਸੀਂ ਕਰਾਂਗੇ, ਰੌਲਾ ਪਊ, ਸਾਡੇ ਉੱਤੇ ਮਿੱਟੀ ਉਛਾਲੀ ਜਾਊਗੀ, ਕੋਰਟ 'ਚ ਚਲੇ ਜਾਓ, ਸਾਡੇ ਵਾਲੇ ਵਕੀਲ ਚੁੱਪ ਰਹਿਣਗੇ, ਉੱਥੋਂ ਮੜ ਜੀ ਹਾਮੀ ਭਰਾ ਲਿਓ, ਅਸੀਂ ਵੀ ਸੇਫ, ਤੁਸੀਂ ਵੀ ਸੇਫ, ਧੂੜ ਉੱਡਦੀ ਰਹੂ। ਲੋਕ ਕੀ ਆ, ਭਾਰ ਚੁੱਕਣ ਵਾਲੇ ਗਧੇ ਤਾਂ ਹੈਗੇ ਆ, ਅਸੀਂ ਖੋਤੇ ਆ ਨਾ, ਸਾਡੇ ਤੇ ਭਾਰ ਲੱਦੀ ਜਾਓ। ਕਿਹੜਾ ਅਸੀਂ ਬੋਲਦੇ ਆ ਰੋਜ਼ ਪੈਟਰੋਲ ਡੀਜ਼ਲ ਦੇ ਭਾਅ ਵੱਧਦੇ ਸੀ, ਅਸੀਂ ਹੀ ਕਰਕੇ ਪਵਾ ਕੇ ਤੁਰ ਜਾਂਦੇ ਆ, ਮੁੱਦਾ ਹੀ ਨਹੀਂ ਬਣਦਾ। ਆ ਸਾਡੇ ਵਰਗਿਆਂ ਕੋਲੋਂ ਵੀ ਇਹੀ ਮੁੱਦਾ ਰੋਜ਼, ਇਹਦੀ ਪੱਗ ਇੱਧਰ ਨੂੰ ਆ ਤੇ ਇਹਦੀ ਪੱਗ ਇੱਧਰ ਨੂੰ, ਨੀਲੀ ਕਿ ਕਾਲੀ ਕਿ ਨੀਲੀ। ਮੈਨੂੰ ਲੱਗਦਾ ਸਭ ਰਲੇ ਹੋਏ ਨਹੀਂਗੇ, ਸਭ ਖਾ ਰਹੇ ਨੇ। ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਰੰਧਾਵਾ ਜੀ, ਔਰ ਸਾਡੇ ਜਿੰਨੇ ਸਾਨੂੰ ਦੇਖ ਰਹੇ ਨੇ ਦਰਸ਼ਕ, ਉਹਨਾਂ ਨੂੰ ਵੀ ਜ਼ਰੂਰ ਦੇਖੋ। ਜਿਹੜੀ ਪੰਜਾਬ ਦੀ ਬਿਊਰੋਕ੍ਰੇਸੀ ਆ, ਅਫਸਰਸ਼ਾਹੀ ਆ, ਇਹਦੇ ਕੋਲ ਨਾ ਇੱਕ ਬੜਾ ਵੱਡਾ ਹਥਿਆਰ ਆ। ਇਹ ਕੀ ਕਰਦੇ ਆ? ਫੈਸਲਾ ਹੀ ਨਹੀਂ ਲੈਂਦੇ, ਫਾਈਲਾਂ ਅੱਗੇ ਮੂਵ ਨਹੀਂ ਕਰਦੇ, ਸਾਈਨ ਨਹੀਂ ਕਰਦੇ, ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਇਹ ਚਾਹੁੰਦੇ ਆ ਕਿ ਜਿਹੜੇ ਕੇਸ ਆ, ਇਹਨਾਂ ਦੇ ਫਾਈਲਾਂ ਜਾਂ ਕੋਈ ਵੀ ਮਸਲੇ ਆ, ਇਹ ਕੋਰਟਾਂ 'ਚ ਫਸੇ ਰਹਿਣ। ਇਹ ਆਮ ਤੌਰ ਤੇ ਤੁਸੀਂ ਦੇਖੋ, ਏਦਾਂ ਕਰੋ ਜੀ, ਫਿਰ ਕੋਰਟ ਚਲੇ ਜਾਓ, ਏਦਾਂ ਕਰੋ ਜੀ, ਉੱਥੋਂ ਫੈਸਲਾ ਲੈ ਆਓ, ਉੱਥੋਂ ਆਰਡਰ। ਵੀ ਤੁਸੀਂ ਕਾਹਦੇ ਲਈ ਬੈਠੇ ਹੋ? ਤੁਹਾਨੂੰ ਇੰਨੀਆਂ ਮੋਟੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ, ਤੁਹਾਨੂੰ ਇੰਨੇ ਵੱਡੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ, ਸਹੂਲਤਾਂ ਦਿੱਤੀਆਂ ਜਾਂਦੀਆਂ ਤਾਂ ਕਿ ਤੁਸੀਂ ਲੋਕਾਂ ਦੇ ਕੰਮ ਕਰੋ। ਔਰ ਤੁਸੀਂ ਯਕੀਨ ਮੰਨੋ, ਐਡਵੋਕੇਟ ਜਨਰਲ ਹੋਵੇ, ਕਈ ਵਾਰੀ ਮੇਰੀ ਇਹਨਾਂ ਨਾਲ ਮੁਲਾਕਾਤ ਹੁੰਦੀ ਹੈ ਤੇ ਇਹ ਇੰਨੇ ਕੁ ਦੁਖੀ ਹੁੰਦੇ ਆ, ਕਿਉਂਕਿ ਕਈ ਵਾਰੀ ਪੋਲੀਟੀਕਲ ਪੋਸਟਾਂ ਵੀ ਹੁੰਦੀਆਂ ਐਡਵੋਕੇਟ ਜਨਰਲਸ ਦੀਆਂ, ਤੇ ਉਹ ਕਹਿੰਦੇ ਆ ਕਿ ਅਫਸਰ ਕੰਮ ਹੀ ਨਹੀਂ ਕਰਕੇ ਰਾਜ਼ੀ, ਔਰ ਚਾਹੁੰਦੇ ਆ ਕਿ ਕੋਰਟਾਂ 'ਚ ਮਾਮਲੇ ਆ ਜਿਹੜੇ ਫਸੇ ਰਹਿਣ ਤੇ ਕੋਰਟ ਤੋਂ ਕੋਈ ਆਦੇਸ਼ ਆਵੇ ਤੇ ਫਿਰ ਉਹਦਾ ਸਹਾਰਾ ਲੈ ਕੇ ਉਹ ਕੋਈ ਫੈਸਲਾ ਕਰਨ। ਇਹ ਹਾਲਾਤ ਆ ਬਿਊਰੋਕ੍ਰੇਸੀ ਦੇ, ਅਫਸਰਸ਼ਾਹੀ ਤੇ ਨੌਕਰਸ਼ਾਹੀ ਦੇ।
ਜਦੋਂ ਤੱਕ ਇਹ ਕੰਮ ਹੀ ਨਹੀਂ ਕਰਨਗੇ ਔਰ ਲੋਕਾਂ ਨੂੰ ਬਹਾਨੇ ਲਾ ਕੇ, ਔਰ ਇਸੇ ਕਰਕੇ ਤੁਸੀਂ ਦੇਖੋ ਪੈਂਡੈਂਸੀ ਹੈ ਜਿਹੜੀ ਕੋਰਟਾਂ ਦੇ ਵਿੱਚ ਇੰਨੀ ਜ਼ਿਆਦਾ ਕੇਸਾਂ ਦੀ ਆ, ਔਰ ਅਕਸਰ ਅਦਾਲਤਾਂ, ਅਕਸਰ ਜਿਹੜੇ ਜੱਜ ਆ ਬੋਲਦੇ ਆ। ਸੋ ਕਾਰਨ ਇਹੀ ਹੈ ਕਿ ਆਪਣੇ ਤੋਂ ਜ਼ਿੰਮੇਵਾਰੀਆਂ ਲਾ ਕੇ ਕੋਰਟਾਂ ਤੇ ਸਿੱਟ ਦਿੱਤੀਆਂ ਜਾਂਦੀਆਂ ਤੇ ਫਿਰ ਕੋਰਟਾਂ ਦੇ ਵਿੱਚ ਮਾਮਲੇ ਲਟਕਦੇ ਰਹਿੰਦੇ ਆ। ਮਨਪ੍ਰੀਤ ਜੀ, ਤੁਸੀਂ ਐਡਵੋਕੇਟ ਜਨਰਲ ਦੀ ਗੱਲ ਕੀਤੀ, ਧੂੜ ਤਾਂ ਇੱਥੇ ਵੀ ਉੱਡਦੀ ਰਹੀ ਹੈ ਕਿ ਅਤੁਲ ਨੰਦਾ ਆ ਜਿੰਨੇ ਪੋਲੀਟੀਕਲ ਬੰਦੇ, ਪ੍ਰਤਾਪ ਸਿੰਘ ਬਾਜਵਾ ਜਾਂ ਬਾਕੀ ਜਿੰਨੇ ਆ ਬਾਗੀ ਵਜ਼ੀਰਾਂ ਚੋਂ ਵੀ ਕੁਝ ਤੇ ਹੋਰ ਵੀ, ਇਹ ਵੀ ਰੌਲਾ ਪਾਉਂਦੇ ਰਹੇ ਆਖੇ ਅਤੁਲ ਨੰਦੇ ਦੇ ਦਫ਼ਤਰ 'ਚ ਸਰਕਾਰੀ ਜਿੰਨੇ ਵੀ ਕੇਸ ਹੁੰਦੇ ਆ ਉਹ ਹਰਨ ਵਰਗੀ ਸਥਿਤੀ 'ਚ ਕਿਉਂ ਚਲੇ ਜਾਂਦੇ ਆ। ਇਹੀ ਰੌਲਾ ਪੈਂਦਾ ਰਿਹਾ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਜਿਹੜੀ ਆ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਜੋ ਵਾਪਰਿਆ ਜਾਂ ਉਹਨੂੰ ਰੱਦ ਕੀਤਾ ਗਿਆ, 2-3 ਸਾਲ ਦੀ ਮਿਹਨਤ ਤੇ ਪਾਣੀ ਫਿਰਿਆ, ਉਹਦੇ ਵਿੱਚ ਜਿਹੜਾ ਐਡਵੋਕੇਟ ਜਨਰਲ ਦਾ ਦਫ਼ਤਰ ਸੀ ਉਹ ਪਾਰਟਿਸਿਪੇਟ ਹੀ ਪ੍ਰੋਪਰ ਨਹੀਂ ਕਰ ਸਕਿਆ। ਇਹ ਵੀ ਸਵਾਲ ਹੁੰਦਾ ਰਿਹਾ ਕਿ 100 ਵਕੀਲਾਂ ਦੀ ਧਾੜ ਦੇ ਹੁੰਦਿਆਂ ਤੁਸੀਂ 20 ਲੱਖ ਰੁਪਏ ਦੀ ਇੱਕ ਦਿਨ ਦੀ ਫੀਸ ਦੇ ਕੇ ਦਿੱਲੀੋਂ ਵਕੀਲ ਲਿਆਉਂਦੇ ਹੋ, ਫਿਰ ਇਹਨਾਂ ਦਾ ਹੋਰ ਕੀ ਕਰਨਾ। ਇਹ ਬੜੇ ਸਵਾਲ ਨੇ, ਇਹ ਬੜੇ ਸਵਾਲ ਨੇ। ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਆ ਪੁਰਾਣੇ ਮੁੱਖ ਮੰਤਰੀ ਅੰਬੈਸਡਰ 'ਚ ਸਫ਼ਰ ਕਰਦੇ ਹੁੰਦੇ ਸੀ, ਹੁਣ ਲੈਂਡ ਕਰੂਜ਼ਰ ਦੀ ਲਾਈਨ ਲੱਗੀ ਹੁੰਦੀ ਆ। ਜਿਹੜੇ ਸਾਡੇ ਮੁੱਖ ਮੰਤਰੀ ਉੱਡਣ ਖਟੋਲੇ 'ਚ ਚੌਪਰ 'ਚ ਉੱਡਦੇ ਆ, ਥੱਲੇ ਲੈਂਡ ਕਰੂਜ਼ਰਾਂ 1.5 2 ਕਰੋੜ ਦੀਆਂ ਤੁਰੀਆਂ ਫਿਰਦੀਆਂ। ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਪੰਜਾਬ 3 ਲੱਖ ਕਰੋੜ ਦੇ ਕਰਜ਼ੇ ਥੱਲੇ ਆ ਕਿ 3 ਲੱਖ ਕਰੋੜ ਸਰਪਲਸ ਪੈਸਾ ਪਿਆ। ਸਾਡੇ ਵਾਲੇ ਤਾਂ ਇੰਜ ਕਰਦੇ ਫਿਰਦੇ ਆ ਜਿੱਦਾਂ ਉਹ ਰਾਜੇ ਹੁੰਦੇ ਆ, ਪਦੈਸ਼ੀ ਰਾਜੇ, ਜੰਮੇ ਹੋਏ ਰਾਜੇ ਨਹੀਂ, ਲੋਕਾਂ ਦੇ ਬਣਾਏ ਹੋਏ ਰਾਜੇ। ਸੋ ਅੱਗੇ ਤੁਰੀਏ। ਡਾਕਟਰ ਮਨਮੋਹਨ ਸਿੰਘ ਇੱਕ ਵਾਰੀ ਜਦੋਂ ਕਹਿੰਦੇ ਭਾਰਤ ਦਾ ਸੋਨਾ ਗਿਰਵੀ ਰੱਖ ਕੇ ਤੇਲ ਤੋਂ ਲੈਣ ਦੀ ਨੌਬਤ ਆ ਗਈ ਸੀ, 91 ਦੀ ਗੱਲ ਆ, ਨਰਸਿਮਹਾ ਰਾਓ ਦੀ ਸਰਕਾਰ ਸੀ, ਮੁਸ਼ਕਿਲ 'ਚ ਫਸੇ ਹੋਏ ਸਾਂ, ਡਾਕਟਰ ਮਨਮੋਹਨ ਸਿੰਘ ਦਾ ਉਦੈ ਹੁੰਦਾ। ਬਤੌਰ ਫਾਈਨਾਂਸ ਮਿਨਿਸਟਰ ਉਹ ਆਰਥਿਕ ਸੁਧਾਰਾਂ ਦੀ ਇੱਕ ਲਹਿਰ, ਉਦਾਰੀਕਰਨ ਦੀ ਲਹਿਰ ਤੋਰਦੇ ਆ। ਉਸ ਤੋਂ ਬਾਅਦ ਬਾਹਰਲੀਆਂ ਕੰਪਨੀਆਂ ਪੈਸਾ ਲਾਉਣ ਜੋਗੀਆਂ ਹੋ ਜਾਂਦੀਆਂ, ਭਾਰਤ ਦੇ ਦਿਨ ਮੁੰਨ ਲੱਗਦੇ ਆ। ਇਲਜ਼ਾਮ ਕਈ ਆਉਂਦੇ ਰਹੇ ਕਿ ਇਸ ਉਦਾਰੀਕਰਨ ਨੇ ਇੱਥੇ ਦੇ ਆਪਣੇ ਨਿੱਜੀ ਚੌਪਟ ਕਰਤੇ ਧੰਦੇ, ਕਈ ਸੰਤਾਂ ਉਜੜ ਗਈਆਂ। ਲੇਕਿਨ ਕੁੱਲ ਮਿਲਾ ਕੇ ਭਾਰਤ ਪੈਰਾਂ ਤੇ ਖੜਾ ਹੋ ਗਿਆ। ਅੱਜ ਉਹਨੂੰ ਯਾਦ ਕੀਤਾ ਜਾ ਰਿਹਾ। ਮਨਮੋਹਨ ਸਿੰਘ ਕੱਲ ਉਸ ਦਿਨ ਨੂੰ ਯਾਦ ਕਰਦੇ ਕਿ 30 ਸਾਲ ਵਾਪਰ ਗਏ। ਪਿਛਾਂਹ ਮੁੜ ਕੇ ਵੇਖਦਾ ਤੇ ਮੈਨੂੰ ਬੜਾ ਕੁਝ ਬਦਲਿਆ ਲੱਗਦਾ। ਕੀ ਕਹਿੰਦੇ ਹੋ? ਬਿਲਕੁਲ ਠੀਕ ਗੱਲ ਹੈ ਜੀ। ਤੁਸੀਂ ਯਾਦ ਕਰੋ, ਮੈਨੂੰ ਅੱਜ ਵੀ ਯਾਦ ਆ, ਸਨ 2008 ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਆਰਥਿਕ ਮੰਦੀ ਆਈ ਸੀ ਤੇ ਤੁਸੀਂ ਡਾਕਟਰ ਮਨਮੋਹਨ ਸਿੰਘ ਹੋਣਾ ਦੀ ਗੱਲ ਕਰਦੇ ਹੋ ਤੇ ਭਾਰਤ ਇੱਕ ਵਾਹਿਦ ਮੁਲਕ ਸੀ ਜਿਹਨੂੰ ਉਸ ਆਰਥਿਕ ਮੰਦੀ ਦਾ ਪਤਾ ਨਹੀਂ ਸੀ ਲੱਗਾ। ਕੰਮਕਾਰ ਉਦਾਂ ਹੀ ਚੱਲਦੇ ਰਹੇ ਸੀ। ਸਾਡੀ ਇੱਕ ਮੂਲ ਤੌਰ ਤੇ ਮਿਕਸਡ ਇਕਨੋਮੀ ਆ, ਜਿੱਥੇ ਸਾਡਾ ਜਿਹੜਾ ਗਵਰਨਮੈਂਟ ਸੈਕਟਰ ਆ, ਸਾਡਾ ਜਿਹੜਾ ਸਰਕਾਰੀ ਤੰਤਰ ਆ ਉਹ ਵੀ ਚੱਲਦਾ ਤੇ ਨਾਲ ਦੇ ਨਾਲ ਸਾਡੇ 'ਚ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਪੈਦਾ ਕੀਤੀਆਂ ਗਈਆਂ ਕਿ ਪ੍ਰਾਈਵੇਟ ਜਿਹੜੇ ਅਦਾਰੇ ਆ ਉਹ ਵੀ ਨਾਲ ਦੇ ਨਾਲ ਪ੍ਰਫੁੱਲਿਤ ਹੋਣ। ਕਹਿਣ ਦਾ ਮਤਲਬ ਸਾਰਾ ਕੁਛ ਹੈ, ਜੇ ਸਾਰਾ ਕੁਛ ਹੀ ਪ੍ਰਾਈਵੇਟਾਈਜ਼ ਕਰ ਦੋਗੇ ਤੇ ਫਿਰ ਸਰਕਾਰਾਂ ਦੀ ਲੋੜ ਨਹੀਂ, ਤੇ ਸਾਰਾ ਕੁਛ ਹੀ ਸਰਕਾਰੀਕਰਨ ਕਰ ਦੋਗੇ ਤੇ ਫਿਰ ਪ੍ਰਾਈਵੇਟ ਸੈਕਟਰ ਦੀ ਲੋੜ ਨਹੀਂ। ਸੋ ਬੜਾ ਬੈਲੈਂਸ ਬਣਾ ਕੇ ਚੱਲਣਾ ਪੈਂਦਾ। ਇਹੀ ਮਨਮੋਹਨ ਸਿੰਘ ਸਰਕਾਰ ਨੇ ਕੀਤਾ। ਹਾਂ, ਇਹ ਗੱਲ ਵੀ ਨਾਲ ਦੀ ਨਾਲ ਆਉਂਦੀ ਹੈ ਕਿ ਉਸ ਟਾਈਮ ਵੀ ਵਰਲਡ ਬੈਂਕ ਹੋਵੇ ਜਾਂ ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਹੁੰਦੀਆਂ, IMF ਹੋਵੇ, ਉਹਨਾਂ ਦਾ ਦਬਾਅ ਵੀ ਰਹਿੰਦਾ ਕਿ ਤੁਸੀਂ ਨਾ ਕੁਛ ਆਪਣਾ ਪ੍ਰਾਈਵੇਟਾਈਜ਼ ਕਰੋ ਔਰ ਇਕਨੋਮੀ ਆਪਣੀ ਖੋਲੋ, ਓਪਨ ਮਾਰਕੀਟ ਕਰੋ। ਇਹ ਗੱਲ ਠੀਕ ਹੈ, ਖੁੱਲੇ ਬਾਜ਼ਾਰ ਹੋਏ ਆ, ਖੁੱਲੇ ਬਾਜ਼ਾਰਾਂ ਨਾਲ ਲੋਕਾਂ ਦੀ ਜਿਹੜੀ ਆਪਣੀ ਜ਼ਿੰਦਗੀ ਆ ਉਹ ਵੀ ਬਿਹਤਰ ਹੋਈ ਆ। ਲੋਕਾਂ ਨੂੰ ਰੋਜ਼ਗਾਰ ਦੇ ਜਿਹੜੇ ਹੋਰ ਮੌਕੇ ਮਿਲੇ ਨੇ, ਰੋਜ਼ਗਾਰ ਪੈਦਾ ਹੋਇਆ। ਪਰ ਨਾਲ ਦੀ ਨਾਲ ਜਿਹੜੇ ਸਾਡੇ ਸਰਕਾਰੀ ਅਦਾਰੇ ਆ ਉਹਨਾਂ ਨੂੰ ਬਚਾ ਕੇ ਰੱਖਣਾ ਵੀ ਜ਼ਰੂਰੀ ਆ, ਹਰ ਤਰ੍ਹਾਂ ਦੀਆਂ। ਹਾਂ, ਇਹ ਗੱਲ ਜ਼ਰੂਰ ਆ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਢਿੱਲਾਂ ਆ ਗਈਆਂ। ਯੂਨੀਨਿਜ਼ਮ ਨੇ ਬਹੁਤ ਵੱਡਾ ਜਿਹੜਾ ਉੱਤੇ ਆਪਣਾ ਜਿਹੜਾ ਫੈਲਾ ਲਿਆ, ਉੱਤੇ ਪੈਰ ਫੈਲਾ ਲਏ। ਇਸੇ ਕਰਕੇ ਉੱਥੋਂ ਦਾ ਜਿਹੜਾ ਵਰਕ ਕਲਚਰ ਸੀ ਉਹ ਖਰਾਬ ਹੋਇਆ ਤੇ ਕਈ ਚੀਜ਼ਾਂ ਫਿਰ ਜਦੋਂ ਉਹ ਪ੍ਰਾਈਵੇਟ ਅਦਾਰਿਆਂ ਨੂੰ ਦੇਣੀਆਂ ਪਈਆਂ। ਬਹੁਤ ਸੋਹਣੀ ਤੁਸੀਂ ਗੱਲ ਕਹੀ ਹੈ। ਅੱਜ ਜਦੋਂ ਸਾਡੀ ਮਾਈਨਸ ਦੇ ਵਿੱਚ ਗਰੋਥ ਜਾ ਰਹੀ ਆ, ਸਾਡੀ GDP ਦੀ ਅਕਸਰ ਜਿਹੜਾ ਰੋਜ਼ ਇਹ ਗੱਲਾਂ ਹੁੰਦੀਆਂ, ਆંકੜੇ ਹੁੰਦੇ ਆ ਕਿ ਸਾਡਾ ਆਉਣ ਵਾਲੀ ਜਿਹੜੀ ਗਰੋਥ ਆ ਇੰਨੇ % ਹੋਏਗੀ, ਰੋਜ਼ ਉਹਨੂੰ ਰਿਵਾਈਜ਼ ਕੀਤਾ ਜਾਂਦਾ। ਮਨਮੋਹਨ ਸਿੰਘ ਹੋਣਾ ਨੇ ਇਹ ਚੀਜ਼ਾਂ ਸੰਭਾਲੀਆਂ ਔਰ ਅੱਜ ਸਾਡੇ ਤੋਂ ਅੱਜ ਦੀ ਜਿਹੜੀ ਸਰਕਾਰ ਆ, ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਆ, ਉਹ ਤੋਂ ਕਿਸੇ ਨਾ ਕਿਸੇ ਤਰ੍ਹਾਂ ਸਭ ਨੂੰ ਪਤਾ ਇਕਨੋਮੀ ਸੰਭਲ ਨਹੀਂ ਰਹੀ। ਬੇਰੁਜ਼ਗਾਰੀ ਬਹੁਤ ਵੱਧ ਗਈ ਹੈ ਔਰ ਦਿਨ ਬ ਦਿਨ ਜਿਹੜੀਆਂ, ਚਾਹੇ ਤੁਸੀਂ ਦੇਖੋ, ਜੇ ਅੱਜ ਉਹਦੇ ਵਿੱਚ GDP ਦੇ ਵਿੱਚ ਸਭ ਤੋਂ ਵੱਡੀ ਕੰਟਰੀਬਿਊਸ਼ਨ ਆ ਉਹ ਅੱਜ ਵੀ ਖੇਤੀਬਾੜੀ ਦੀ ਹੈ, ਰੰਧਾਵਾ ਸਾਹਿਬ। ਤੇ ਜੇ ਸਾਨੂੰ ਇਸ ਮਹਾਮਾਰੀ ਦੇ ਦੌਰਾਨ COVID-19 ਦੌਰਾਨ ਬਚਾਇਆ ਕਿਸੇ ਨੇ, ਉਹ PDS ਸਿਸਟਮ ਨੇ ਬਚਾਇਆ ਜਾਂ ਮਨਰੇਗਾ ਨੇ ਬਚਾਇਆ ਜੀ। ਬਿਲਕੁਲ ਮਨਪ੍ਰੀਤ ਜੀ, ਪਰ ਮੈਂ ਡਾਕਟਰ ਮਨਮੋਹਨ ਸਿੰਘ ਨੂੰ ਯਾਦ ਕਰਾਉਣਾ ਚਾਹੁੰਦਾ, ਕਦੇ ਸਾਨੂੰ ਇਸ ਤਰ੍ਹਾਂ ਦੇ ਹੁੰਗਾਰੇ ਮਿਲਦੇ ਰਹੇ ਕਿ ਉਹ ਵੀ ਘਰ 'ਚ ਬਹਿ ਕੇ ਕਦੇ ਸਾਨੂੰ ਸੁਣ ਲੈਂਦੇ ਆ। ਡਾਕਟਰ ਸਾਹਿਬ, ਬੇਨਤੀ ਹੈ ਕਿ ਤੁਸੀਂ ਬਹੁਤ ਬਿਹਤਰ ਕੀਤਾ, ਤੁਹਾਨੂੰ ਸਲੂਟ ਆ। ਇੱਕ ਸਰਦਾਰ ਦਸਤਾਰਧਾਰੀ, ਉਹਨੇ ਪੰਜਾਬ ਨੂੰ, ਸਿੱਖਾਂ ਨੂੰ ਰਿਪਰਜੈਂਟ ਕੀਤਾ ਦੁਨੀਆ 'ਚ। ਅਮਰੀਕਾ ਵਰਗੇ ਰਾਸ਼ਟਰਪਤੀ, ਦੇਸ਼ ਦੇ ਰਾਸ਼ਟਰਪਤੀ ਵੀ ਤੁਹਾਨੂੰ ਸਲਾਹੁੰਦੇ ਰਹੇ ਕਿ ਮੈਂ ਸਭ ਤੋਂ ਬਿਹਤਰ ਸਲਾਹ ਇੱਥੋਂ ਹੀ ਲੈਂਦਾ ਰਿਹਾ।
ਪਰ ਜਿਹੜੇ ਕਿਸਾਨ ਅੱਜ ਸਰਹੱਦਾਂ ਤੇ ਬੈਠੇ ਆ ਉਹਨਾਂ ਦੇ ਪਿੱਛੇ ਵੀ ਉਦਾਰੀਕਰਨ ਹੈ। ਜੇ ਅੱਜ ਹਜ਼ਾਰਾਂ ਕਰੋੜ ਦੇ ਬੰਗਲਿਆਂ ਦੇ ਵਿੱਚ ਉੱਚੇ ਉੱਚੇ ਸਮਾਨ ਛੂਹਦੇ ਟਾਵਰਾਂ ਵਾਲੇ ਬੰਗਲਿਆਂ 'ਚ ਕੋਈ ਲੋਕ ਬੈਠੇ ਆ, ਉਹ ਵੀ ਉਦਾਰੀਕਰਨ ਚੋਂ ਨਿਕਲੇ ਆ। ਮੈਂ ਨਾਂ ਨਹੀਂ ਲਊਂਗਾ, ਰੋਜ਼ ਕਿਸਾਨ ਲੈਂਦੇ ਹੀ ਆ। ਕਾਰਪੋਰੇਟ ਸੈਕਟਰ ਵੀ ਇਦਾਂ ਹੀ, ਤੇ ਗਰੀਬ ਹੋਰ ਗਰੀਬ ਵੀ ਇਹਨਾਂ ਹੀ ਜਗ੍ਹਾ ਤੋਂ ਹੋਇਆ। ਅੱਜ ਉਹ ਸਾਰਾ ਕੁਝ ਨੂੰ ਪਿਛਾਂ ਝਾਤੀ ਮਾਰਦੇ ਆ। ਜੋ ਬਦਲਿਆ ਕੁਦਰਤੀ ਤੌਰ ਤੇ ਭਾਰਤ ਦੀ ਇਕੋਨਮੀ ਬਦਲੀ, ਲੇਕਿਨ ਨਾਲ ਦੀ ਨਾਲ ਤਕਦੀਰ ਨਹੀਂ ਬਦਲੀ। ਤਕਦੀਰ ਅਜੇ ਬਦਲਣੀ ਆ। ਆਪਣੇ ਜੀਂਦੇ ਜੀ ਕੁਝ ਇਸ ਤਰ੍ਹਾਂ ਦਾ ਫਾਰਮੂਲਾ ਲੈ ਕੇ ਆਓ, ਕੋਈ ਕਿਤਾਬ ਰੂਪ ਚ, ਜਾਂ ਸਰਕਾਰਾਂ ਜੇ ਤੋਂ ਸੇਧ ਲੈ ਸਕਣ ਕਿ ਕਿੱਦਾਂ ਆਮ ਬੰਦਾ ਵੀ ਢੰਗ ਦੀ ਜ਼ਿੰਦਗੀ ਜੀ ਸਕੇ। ਮੈਂ ਅੱਗੇ ਤੁਰਦਾ, ਮੈਨੂੰ ਮਨਪ੍ਰੀਤ ਜੀ ਇਹ ਜ਼ਰੂਰ ਦੱਸਦੇ ਜਾਇਓ ਕਿ ਧੂੜ ਤਾਂ ਬਹੁਤ ਉੱਡੀ, ਅਖੇ ਟੇਪ ਹੋ ਗਏ, ਬੜਿਆਂ ਦੇ ਫੋਨ, ਬੜਿਆਂ ਦਾ ਡਾਟਾ, ਉਹ ਕੋਈ ਡਾਟਾ ਬਾਹਰ ਨਿਕਲ ਕੇ ਵੀ ਆਇਆ ਵੀ ਕਿਸੇ ਨੇ ਰਾਤ ਦੇ ਹਨੇਰੇ 'ਚ ਆਹ ਗੱਲਾਂ ਕੀਤੀਆਂ? ਅਜੇ ਤੱਕ ਜਨਤਕ ਕੁਝ ਨਹੀਂ ਹੋਇਆ। ਸਾਰੇ ਡਰੇ ਜੇ, ਸਹਿਮੇ ਜੇ ਆ ਵੀ ਜੇ ਫਲਾਣੀ ਗੱਲ ਫਲਾਣੇ ਥਾਂ ਨਿਕਲ ਆਈ, ਬੜੇ ਰਾਤ ਦੇ ਹਨੇਰੇ ਤੇ ਬੜੇ ਦੌਰ ਬੱਦਲਾਂ ਵਰਗੇ ਹੁੰਦੇ। ਕੀ ਕਹਿੰਦੇ ਹੋ? ਅਜੇ ਨਿਕਲੀ ਗੱਲ ਕੋਈ ਬਾਹਰ? ਕਿੱਥੇ ਪਹੁੰਚੀ ਹੈ ਉਹ ਟੇਪ ਟੂਪ ਕਰਨ ਦਾ ਮਸਲਾ? ਹੋ ਸਕਦਾ ਸਾਨੂੰ ਵੀ ਟੇਪ ਕੀਤਾ ਜਾਂਦਾ ਹੋਵੇ। ਚਲੋ ਫੀਲ ਲੈਣ 'ਚ ਕੀ ਹਰਜ ਆ, ਉਂਝ ਸਾਡੀ ਕੀ ਔਕਾਤ ਬਾਈ ਦੀ ਜੀ। ਦੇਖੋ ਬੜਾ ਵੱਡਾ ਮਸਲਾ ਇਹ ਪੈਗਸਸ ਸਪਾਈਵੇਅਰ ਦਾ, ਜਸੂਸੀ ਦਾ। 45 ਮੁਲਕਾਂ ਨੂੰ ਇਹਨਾਂ ਨੇ ਇਹ ਸੌਫਟਵੇਅਰ NSO ਜਿਹੜਾ ਇਜ਼ਰਾਈਲ ਦੀ ਕੰਪਨੀ ਆ ਉਹਨਾਂ ਨੇ ਵੇਚਿਆ। ਤੁਸੀਂ ਕਹਿੰਦੇ ਹੋ ਵੀ ਇਹ ਚੀਜ਼ਾਂ ਨਿਕਲ ਕੇ ਕਿਉਂ ਨਹੀਂ ਆਇਆ? ਨਿਕਲ ਕੇ ਇਸ ਕਰਕੇ ਨਹੀਂ ਆਈਆਂ ਕਿ ਅੱਜ ਵੀ ਲਗਭਗ 1 ਹਫ਼ਤਾ ਹੋ ਗਿਆ, ਪਿਛਲੇ ਐਤਵਾਰ ਨੂੰ ਇਸ ਦਾ ਮਸਲੇ ਦਾ ਉਜਾਗਰ ਹੋਇਆ ਸੀ, ਇਹ ਸਾਹਮਣੇ ਆਇਆ ਸੀ। ਲੇਕਿਨ ਭਾਰਤ ਸਰਕਾਰ ਪਹਿਲੀ ਗੱਲ ਆ ਮੰਨਦੀ ਨਹੀਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਆ, ਅਸੀਂ ਕੋਈ ਸੌਫਟਵੇਅਰ ਖਰੀਦਿਆ। ਫਰਾਂਸ ਨੇ ਜਾਂਚ ਦੇ ਹੁਕਮ ਦੇ ਦਿੱਤੇ ਆ, ਹੰਗਰੀ ਨੇ ਜਾਂਚ ਦੇ ਹੁਕਮ ਦੇ ਦਿੱਤੇ ਆ। ਇਜ਼ਰਾਈਲ ਜਿੱਥੋਂ ਦੀ ਇਹ ਕੰਪਨੀ ਆ, NSO ਗਰੁੱਪ ਆ ਜਿਹੜਾ, ਉਹਨੇ ਵੀ ਜਾਂਚ ਦੇ ਹੁਕਮ ਦੇ ਦਿੱਤੇ ਆ। ਔਰ NSO ਨੇ ਮੰਨਿਆ ਕਿ ਅਸੀਂ ਇਹ ਜਿਹੜਾ ਸੌਫਟਵੇਅਰ ਆ ਇਹ ਅਸੀਂ ਲੋਕਾਂ ਨੂੰ, ਖਾਸ ਤੌਰ ਤੇ ਸਰਕਾਰਾਂ ਨੂੰ ਦਿੰਦੇ ਆ, ਇਹ ਕਿਸੇ ਪ੍ਰਾਈਵੇਟ ਅਦਾਰੇ ਨੂੰ ਨਹੀਂ ਦਿੰਦੇ। ਔਰ ਤੁਸੀਂ ਜਾਣ ਕੇ ਦੇਖੋ ਰੰਧਾਵਾ ਜੀ, ਸਾਡੀ ਛੱਤੀਸਗੜ੍ਹ ਸਰਕਾਰ ਆ, ਛੱਤੀਸਗੜ੍ਹ ਰਾਜ ਦੀ ਸੂਬੇ ਦੀ, ਉੱਥੋਂ ਦੇ ਭੁਪੇਸ਼ ਜਿਹੜੇ ਬਘੇਲ ਨੇ ਉਹ ਮੁੱਖ ਮੰਤਰੀ ਨੇ, ਉਹਨਾਂ ਨੇ ਵੀ ਜਾਂਚ ਦੇ ਹੁਕਮ ਦੇ ਦਿੱਤੇ ਆ। ਕਿਉਂਕਿ ਸੰਨ 2019 ਦੇ ਵਿੱਚ ਕੋਈ ਗਰੁੱਪ ਆਇਆ ਸੀ ਤੇ ਉਦੋਂ ਰਮਨ ਸਿੰਘ ਉੱਥੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਹੁੰਦੇ ਸੀ। ਉਸ ਵੇਲੇ ਉਹ ਆਇਆ ਤੇ ਉਹਨਾਂ ਨੇ ਮਾੜੀ ਮੋਟੀ NSO ਦਾ ਤੇ ਤਹਿਕੀਕਾਤ ਕੀਤੀ ਤੇ ਇਹਨਾਂ ਨੂੰ ਸੂਹ ਲੱਗ ਗਈ। ਹੁਣ ਇਹਨਾਂ ਨੂੰ ਇਹਨਾਂ ਦਾ ਪਤਾ ਲੱਗ ਗਿਆ ਮੁੱਖ ਮੰਤਰੀ ਨੂੰ ਵੀ ਉਦੋਂ ਵਿਅਕਤੀ ਆਏ ਸੀ, ਉਹਨਾਂ ਨੇ ਕੋਈ ਆਪਣੇ ਉੱਥੇ ਉਪਕਰਨ ਲਾਏ, ਆਪਣੇ ਕੋਈ ਇੰਸਟਰੂਮੈਂਟ ਲਾਏ, ਪਰ ਇਹ ਨਹੀਂ ਪਤਾ ਲੱਗਿਆ ਕਿ ਕਿੰਨਾ ਕਰਕੇ ਲਾਏ, ਕੀ ਹੋਇਆ। ਸੋ ਇਸ ਕਰਕੇ ਉਹਨਾਂ ਨੇ ਜਾਂਚ ਦੇ ਹੁਕਮ ਦਿੱਤੇ ਆ। ਪਹਿਲਾਂ ਤਾਂ ਭਾਰਤ ਦੀ ਜਿਹੜੀ ਸਰਕਾਰ ਆ ਉਹਨੂੰ ਮੰਨਣਾ ਪਊਗਾ ਕਿ ਇਸ ਤਰ੍ਹਾਂ ਦਾ ਕੁਝ ਹੋਇਆ। ਹੁਣ ਤੁਸੀਂ ਦੇਖੋ ਜਿਹੜੇ ਸਾਡੇ ਸੰਵਿਧਾਨਿਕ ਇੰਸਟੀਚਿਊਟ ਆ, ਦੋ ਕੁ ਮੈਂ ਤੁਹਾਨੂੰ ਇਨਸੀਡੈਂਟ ਦੱਸੂਗਾ, ਉਹ ਜ਼ਰੂਰੀ ਆ। ਸਾਡੇ ਇਲੈਕਸ਼ਨ ਕਮਿਸ਼ਨਰ ਹੁੰਦੇ ਸੀ ਅਸ਼ੋਕ ਲਵਾਸਾ। ਅਸ਼ੋਕ ਲਵਾਸਾ ਨੇ ਜਦੋਂ 2019 ਦੀਆਂ ਚੋਣਾਂ ਹੋਈਆਂ ਰੰਧਾਵਾ ਜੀ, ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਉੱਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕੀਤੇ ਕਿ ਇਹ ਜਿਹੜੇ ਸਾਡਾ ਮਾਡਲ ਕੋਡ ਆਫ ਕੰਡਕਟ ਆ ਉਹਦੀ ਸਹੀ ਪਾਲਣਾ ਨਹੀਂ ਕਰ ਰਹੇ। ਉਹਨਾਂ ਨੇ ਉਹਨਾਂ ਦੇ ਖਿਲਾਫ ਲਿਖਿਆ। ਜਿਹੜੇ ਬਾਕੀ ਚੀਫ ਇਲੈਕਸ਼ਨ ਕਮਿਸ਼ਨਰ ਸੀ ਤੇ ਇੱਕ ਹੋਰ ਕਮਿਸ਼ਨਰ ਹੁੰਦਾ, ਉਹਨਾਂ ਨੇ ਉਹਨਾਂ ਦੇ ਹੱਕ 'ਚ ਲਿਖਿਆ ਸੀ। ਇਹ ਚੀਜ਼ ਭਾਰਤੀ ਜਨਤਾ ਪਾਰਟੀ ਨੂੰ ਚੰਗੀ ਨਹੀਂ ਲੱਗੀ ਤੇ ਮੈਨੂੰ ਲੱਗਦਾ ਅਸ਼ੋਕ ਲਵਾਸਾ ਨੂੰ ਇਸੇ ਕਰਕੇ ਜਾਣਾ ਵੀ ਪਿਆ। ਤੇ ਬਾਅਦ 'ਚ ਉਹਨਾਂ ਦਾ ਵੀ ਜਿਹੜਾ ਫੋਨ ਆ ਇਸੇ ਦੇ ਵਿੱਚ ਟੈਪ ਹੋਣ ਲੱਗ ਗਿਆ। ਉਹਨਾਂ ਦਾ ਇਕੱਲਿਆਂ ਦਾ ਨਹੀਂ, ਉਹਨਾਂ ਦੀ ਪੂਰੀ ਫੈਮਿਲੀ ਦਾ। ਇਸੇ ਤਰ੍ਹਾਂ CBI ਦੇ ਡਾਇਰੈਕਟਰ ਹੁੰਦੇ ਸੀ ਅਲੋਕ ਵਰਮਾ। ਸੰਨ 2018 ਦੇ ਵਿੱਚ ਉਹਨਾਂ ਦਾ ਰਾਤ ਨੂੰ ਪੁਲਿਸ ਨੇ ਪੂਰਾ ਦਫ਼ਤਰ ਘੇਰ ਲਿਆ। ਉਹਨਾਂ ਨੂੰ ਰਾਤੋਂ ਰਾਤ ਜਾਣਾ ਪਿਆ। ਪਤਾ ਲੱਗਾ ਸੀ ਉਹ ਰਫੇਲ ਜਿਹੜਾ ਮਾਮਲਾ ਜਹਾਜ਼ਾਂ ਦਾ, ਜਿਹੜੀ ਖਰੀਦ ਕੀਤੀ ਆਪਾਂ ਫਰਾਂਸ ਤੋਂ, ਉਹਦੀ ਤਹਿਕੀਕਾਤ ਕਰਨ ਦੇ ਹੁਕਮ ਦੇਣ ਲੱਗੇ ਸੀ ਤੇ ਉਹਨਾਂ ਨੂੰ ਘੇਰ ਕੇ ਉੱਥੋਂ ਜਿਹੜਾ ਬਾਹਰ ਕੱਢਤਾ ਆਫਿਸ ਤੋਂ। 3 ਮਹੀਨੇ ਦਾ ਸਮਾਂ ਪਿਆ ਸੀ ਤੇ ਬਾਅਦ ਚ ਉਸੇ ਰਾਤ ਤੋਂ ਉਹਨਾਂ ਦਾ ਵੀ ਫੋਨ ਇਸੇ ਵਿੱਚ ਪੈਗਾਸਸ ਸਪਾਈਵੇਅਰ ਦੇ ਵਿੱਚ ਆ ਗਿਆ। ਉਹਨਾਂ ਦੀ ਪੂਰੀ ਫੈਮਿਲੀ ਦਾ ਆ ਗਿਆ ਤੇ ਜਿਹੜੇ ਅਗਲੇ ਆਉਂਦੇ ਸੀ CBI ਦੇ ਡਾਇਰੈਕਟਰ ਨਗੇਸ਼ਵਰ ਰਾਓ, ਉਹਨਾਂ ਦਾ ਵੀ ਆਇਆ। ਤੇ ਰਾਕੇਸ਼ ਅਸਥਾਨਾ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਾਉਣਾ ਚਾਹੁੰਦੀ ਸੀ, ਉਹਨਾਂ ਦਾ ਵੀ ਵਿੱਚ ਆਇਆ। ਸੋ ਬਹੁਤ ਸਾਰੇ ਮਾਮਲੇ ਇਹਦੇ ਵਿੱਚ ਫੈਲੇ ਹੋਏ। ਸੋ ਮੇਰਾ ਕਹਿਣ ਦਾ ਮਤਲਬ ਜਿੰਨੀ ਦੇਰ ਤੱਕ ਜਾਂਚ ਨਹੀਂ ਹੋਗੀ, ਹਾਲਾਂਕਿ ਰਾਹੁਲ ਗਾਂਧੀ ਨੇ ਹੁਣ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ ਕਿਉਂਕਿ ਉਹ ਗ੍ਰਹਿ ਮੰਤਰੀ ਨੇ, ਪੂਰੇ ਭਾਰਤ ਦੀ ਸਿਕਿਉਰਿਟੀ ਦੇ, ਇੱਕ ਤਰ੍ਹਾਂ ਦੀ ਸੁਰੱਖਿਆ ਦੇ ਉਹ ਜ਼ਿੰਮੇਵਾਰ ਆ। ਉਹਨਾਂ ਨੂੰ ਜਾਂਚ ਕਰਾਉਣੀ ਚਾਹੀਦੀ। ਜੇ NSO ਖੁਦ ਮੰਨ ਰਿਹਾ, ਨਿਊਯਾਰਕ ਟਾਈਮਜ਼ ਦੇ ਵਿੱਚ ਸਾਰੇ ਮੁਲਕਾਂ ਦੇ ਨਾਮ ਆਏ ਆ, ਉਹ ਚ ਭਾਰਤ ਦਾ ਨਾਮ ਵੀ ਆ, ਤੇ ਮੰਨਣ ਚ ਕੀ ਇਨਕਾਰ ਆ? ਤੇ ਫਿਰ ਸਾਨੂੰ ਪਤਾ ਹੀ ਜਿਵੇਂ ਤੁਸੀਂ ਕਿਹਾ ਹੀ, ਪੱਤਰਕਾਰਾਂ ਦੇ ਹੋਏ, ਵਕੀਲਾਂ ਦੇ ਹੋਏ, ਜਿਹੜੇ ਸਿਆਸੀ ਨੇਤਾਵਾਂ ਦੇ ਹੋਏ, ਸਭ ਦੇ ਜਿਹੜੇ ਆ, ਸੁਪਰੀਮ ਕੋਰਟ ਤੱਕ ਨੂੰ ਨਹੀਂ ਬਖਸ਼ਿਆ। ਉਹਨਾਂ ਦੇ ਵੀ ਨਾਂ ਆਏ ਆ, ਰਾਹੁਲ ਗਾਂਧੀ ਨੇ ਇਹ ਗੱਲ ਕਹੀ ਆ। ਸੋ ਇਹ ਸਾਰੀਆਂ ਚੀਜ਼ਾਂ, ਔਰ ਕਸ਼ਮੀਰ ਦੇ ਨੇਤਾਵਾਂ ਦੇ, ਸਿਆਸੀ ਨੇਤਾ, ਸਭ ਦੇ ਨਾਂ ਆ ਰਹੇ ਆ। ਸੋ ਜਾਂਚ ਹੀ ਹੈ ਜਿਹੜੀ
ਉਹ ਕੁਝ ਅੱਗੇ ਹੋਊਗੀ ਤੇ ਤਦ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ। ਹਾਂ, ਇੱਕ ਚੀਜ਼ ਮੈਂ ਦੱਸਦਾ ਥੋੜਾ ਜਿਹਾ ਜੀ ਕਿ ਇਹ ਜਿਹੜਾ ਸਪਾਈਵੇਅਰ ਬਣਾਇਆ ਸੀ ਇਹ ਖਾਸ ਤੌਰ ਤੇ ਟੈਰਰਿਜ਼ਮ ਦੀਆਂ, ਅੱਤਵਾਦ ਦੀਆਂ ਐਕਟੀਵਿਟੀਜ਼ ਤਾਂ ਕਿ ਸਰਕਾਰਾਂ ਰੋਕ ਸਕਣ, ਉਹਨਾਂ ਤੇ ਨਜ਼ਰ ਰੱਖ ਸਕਣ, ਤਾਂ ਕਰਕੇ ਬਣਾਇਆ ਸੀ। ਵੈਸੇ ਅੱਜ ਅਮਰੀਕਾ ਨੇ, ਤੁਸੀਂ ਬਿਲਕੁਲ ਠੀਕ ਕਿਹਾ, ਉਹਨਾਂ ਨੇ ਬਹੁਤ ਚਿੰਤਾ ਜਤਾਈ ਆ, ਉਹਨਾਂ ਨੇ ਕਿਹਾ ਇਹ ਬਹੁਤ ਮੰਦਭਾਗੀ ਗੱਲ ਆ। ਜੀ ਹਾਲਾਂਕਿ ਉਹਨਾਂ ਨੇ, ਰੰਧਾਵਾ ਜੀ, ਇਹ ਗੱਲ ਜ਼ਰੂਰ ਕਹੀ ਹੈ ਕਿ ਸਾਨੂੰ ਬਹੁਤਾ ਨਹੀਂ ਪਤਾ ਕਿ ਭਾਰਤ ਇਸ ਸਬੰਧ ਦੇ ਵਿੱਚ ਕਿੰਨੀ ਕੁ ਉੱਥੇ ਜਸੂਸੀ ਹੋਈ ਆ। ਇਹ ਗੱਲ ਹੈ ਜੀ। ਮਨਪ੍ਰੀਤ ਜੀ, ਮੇਰੇ ਤੇ ਗਲੇ 'ਚ ਆ ਗਈ ਖਰਾਸ਼, ਪਰ ਮੈਨੂੰ ਨਾ ਤਸੱਲੀ ਬੜੀ ਜੇ ਅੱਜ ਸਾਡੀ ਇੱਕ ਕੁੜੀ 올림픽 ਪਿੰਡ ਦੇ ਵਿੱਚ ਗਲ ਦੇ ਵਿੱਚ ਚਾਂਦੀ ਪਾ ਕੇ ਸਾਡਾ ਮਾਣ ਵਧਾ ਰਹੀ ਹੈ। ਇੱਕ ਦੂਜਾ ਪਹਿਲੂ ਕਿ ਸਾਡਾ ਇੱਕ ਹਾਕੀ ਦਾ ਖਿਡਾਰੀ ਮਿੱਠਾਪੁਰੀਆ ਪ੍ਰਗਟ ਤੋਂ ਬਾਅਦ ਉਹ ਜਦੋਂ 올림픽ਸ ਦੇ ਵਿੱਚ ਮਸ਼ਾਲ ਲੈ ਕੇ ਤੁਰਦਾ ਹੈ ਤੇ ਉਹਦੇ ਸਿਰ ਤੇ ਦਸਤਾਰ ਆ। ਸਰਦਾਰ ਤਰਲੋਚਨ ਸਿੰਘ ਘੱਟ ਗਿਣਤੀ ਕਮਿਸ਼ਨ ਵਾਲੇ ਪਿਛਲੇ 2 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜਾ ਵੀ ਸਾਡਾ ਮੁੰਡਾ ਉੱਥੇ ਜਾਵੇ ਉਹ ਪੱਗ ਜ਼ਰੂਰ ਬੰਨ ਲਏ। ਹਾਲਾਂਕਿ ਸਾਡੇ ਕਾਫੀ ਬੱਚੇ ਖਿਡਾਰੀ ਜਿਹੜੇ, ਕਿਉਂਕਿ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਦੀਆਂ ਨਿੱਜੀ, ਸਰਦਾਰ ਪ੍ਰਗਟ ਸਿੰਘ ਨੂੰ ਉਹ ਫੋਨ ਕਰਦੇ ਆ ਵੀ ਮੈਂ ਬਾਕੀ ਤਾਂ ਐਫਰਟਸ ਲਾ ਲਏ, ਤੇਰੇ ਪਿੰਡ ਦਾ ਮੁੰਡਾ ਨੂੰ ਕਹਿ ਜਦੋਂ ਨਿਕਲੇ ਤੇ ਉਦੋਂ ਨਾਲ ਸਰਦਾਰੀ ਵੀ ਜਾਵੇ। ਸੋ ਬੜੀਆਂ ਪੋਜ਼ਿਟਿਵ, ਬੜੀਆਂ ਸਕਾਰਾਤਮਕ, ਬੜੀਆਂ ਚੰਗੀਆਂ ਖੁਸ਼ੀ ਦੀਆਂ ਖਬਰਾਂ ਨੇ। ਸੁਣਾ ਦਿਓ ਜਾਂਦੇ ਜਾਂਦੇ, 올림픽 ਪਿੰਡ ਦੇ ਵਿੱਚ ਕੁਝ ਐਸਾ ਵਾਪਰਿਆ ਕਿ ਸਾਡੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ, ਸਾਰੇ ਸੂਬਿਆਂ ਦੇ ਮੁਖੀ ਵਧਾਈ ਦਿੰਦੇ ਫਿਰਦੇ ਆ। ਲੇਕਿਨ ਇੱਕ ਗਿਲਾ ਜਿਹਾ ਵੀ ਆ ਕਿ ਜੇ ਸਾਰੇ ਰਲ ਕੇ ਇੱਕ ਵੀ ਪੈਦਾ ਕਰਨ ਲੱਗ ਪੈਂਦੇ ਤੇ ਸਾਡੇ 50 ਦੇ ਕਰੀਬ VVIP, ਜਿਨ੍ਹਾਂ ਦੇ ਪਿੱਛੇ ਤੇ ਅੱਗੇ 150 ਬੰਦਾ ਸੁਰੱਖਿਆ ਫੋਰਸਾਂ ਦਾ ਹੁੰਦਾ, ਜੇ ਇੱਕ ਹੀ ਬੱਚਾ ਕਿਤੇ ਆਪਣੇ ਖਰਚੇ ਤੇ ਤਿਆਰ ਕਰ ਲੈਂਦੇ 올림픽ਸ ਜਾਣ ਜੋਗਾ, ਤੇ ਅੱਜ ਇੱਕ ਦੇ ਉੱਤੇ ਇੰਨੀ ਤਾੜੀ ਨਾ ਮਾਰਨੀ ਪੈਂਦੀ। 100 ਕਰੋੜ ਦੇ ਦੇਸ਼ ਦੇ ਵਿੱਚ, 135 ਕਰੋੜ ਦੇ ਮੁਲਕ ਦੇ ਵਿੱਚ ਘੱਟੋ ਘੱਟ 100 ਤਮਗੇ, ਤੇ ਜਿਨ੍ਹਾਂ ਚੋਂ 30 ਦੇ ਕਰੀਬ ਸੋਨੇ ਦੇ ਵੀ ਹੁੰਦੇ, ਤੇ ਸਾਡੀ ਛਾਤੀ ਚੌੜੀ ਹੁੰਦੀ ਵੀ ਕਿਹਦਾ ਨਾਂ ਲਈਏ ਤੇ ਕਿਹਦਾ ਨਾਂ ਲਈਏ। ਤੁਸੀਂ ਤਮਗਿਆਂ ਦੀ ਗੱਲ ਕੀਤੀ ਆ, ਜਿਹੜੇ ਸਾਡੇ ਮੈਡਲਸ ਆਉਂਦੇ ਆ, ਰੰਧਾਵਾ ਜੀ, ਟੋਟਲ ਸਾਨੂੰ ਅੱਜ ਤੱਕ ਇਤਿਹਾਸ ਦੇ ਵਿੱਚ 28 ਮੈਡਲ ਆਏ ਆ। ਵੈਸੇ ਮੈਂ ਤੁਹਾਨੂੰ ਦੱਸਦਾ, ਤੇ ਜਿਹੜਾ ਕੱਲ ਮੈਡਲ ਲਿਆ ਮੀਰਾਬਾਈ ਚਾਨੂ ਨੇ, ਭਾਰ ਚੁੱਕਣ ਦੀ ਕੈਟੇਗਰੀ, 49 ਕਿਲੋ ਦੀ ਜਿਹੜੀ ਸੀਗੀ, 49 kgs ਦੀ ਕੈਟੇਗਰੀ ਦੇ ਵਿੱਚ ਉਹਨਾਂ ਨੇ ਭਾਰ ਚੁੱਕਿਆ, 202 ਕਿਲੋ ਚੁੱਕਿਆ ਉਹਨਾਂ ਨੇ, ਤੇ ਸਿਲਵਰ ਮੈਡਲ, ਚਾਂਦੀ ਦਾ ਮੈਡਲ ਜਿੱਤਿਆ। ਬੜੀ ਵੱਡੀ ਗੱਲ ਆ ਕਿ ਜਿਹੜੀ ਸ਼ੁਰੂਆਤ ਆ ਉਹ ਚੰਗੀ ਹੋਈ ਆ, ਕਿਉਂਕਿ ਮੈਨੂੰ ਯਾਦ ਆ 20 ਜਾਂ 21 ਸਾਲ ਪਹਿਲਾਂ ਕਰਨਮ ਮਲੇਸ਼ਵਰੀ ਸੀ, ਉਹਨਾਂ ਨੇ ਇਹ ਮੈਡਲ ਜਿੱਤਿਆ ਸੀ, ਤੇ ਉਸ ਟਾਈਮ ਸਿਡਨੀ 올림픽 ਸੀ, ਵੈਸੇ ਮੈਂ ਦੱਸਦਾ ਉਸ ਟਾਈਮ, ਤੇ ਉਦੋਂ ਉਹਨਾਂ ਨੂੰ ਜਿਹੜਾ ਕਾਂਸੇ ਦਾ ਜਾਂ ਜਿਹੜਾ ਬ੍ਰੌਂਜ਼ ਮੈਡਲ ਆ ਉਹ ਜਿੱਤਿਆ ਸੀ। ਸੋ ਇਹ ਬੜੀ ਵੱਡੀ ਗੱਲ ਆ। ਦੂਸਰੀ ਸਾਡੀ ਜਿਹੜੀ ਹਾਕੀ ਦੀ ਟੀਮ ਆ, ਜਿਹੜੀ ਮੈਨਸ ਹਾਕੀ ਟੀਮ ਆ ਬੰਦਿਆਂ ਦੀ, ਜਿਹੜੀ ਆਪਣੀ, ਉਹਨਾਂ ਨੇ ਵੀ ਜਿਹੜੀ ਕੱਲ ਮੱਲਾਂ ਮਾਰੀਆਂ ਨੇ, ਉਹਨਾਂ ਨੇ 3-2 ਦੇ ਨਾਲ ਨਿਊਜ਼ੀਲੈਂਡ ਨੂੰ ਹਰਾਇਆ, ਤੇ ਇਹ ਇੱਕ ਵੱਡੀ ਗੱਲ ਆ। ਲੇਕਿਨ ਜਿਹੜੀ ਸਾਡੀ ਮਹਿਲਾ ਜਿਹੜੀ ਹਾਕੀ ਟੀਮ ਆ ਉਹ 5-1 ਦੇ ਨਾਲ ਹਾਲੈਂਡ ਤੋਂ ਜ਼ਰੂਰ ਹਾਰੀ ਆ। ਆਉਣ ਵਾਲੇ ਦਿਨਾਂ 'ਚ ਦੇਖਣਾ। ਵੈਸੇ ਮੈਂ ਤੁਹਾਨੂੰ ਦੱਸਦਾ, ਇਹ ਜਿਹੜੀ 올림픽ਸ ਆ, ਆਪਣੇ ਥੋੜਾ ਦਰਸ਼ਕਾਂ ਨੂੰ ਦੱਸਦਾ, ਇਹ ਸੰਨ 2020 ਦੀ ਮੰਨੀ ਜਾ ਰਹੀ ਆ, ਕਿਉਂਕਿ ਤੁਹਾਨੂੰ ਪਤਾ 1 ਸਾਲ ਪਹਿਲਾਂ ਹੋਣੀ ਸੀ, ਇਹ ਅੱਗੇ ਪਾ ਦਿੱਤੀ ਗਈ। ਪੈਂਡੈਮਿਕ ਚੱਲ ਰਿਹਾ ਸੀ, ਕੋਵਿਡ। ਹੁਣ ਵੀ ਵੈਸੇ ਰੰਧਾਵਾ ਜੀ ਉੱਥੇ ਲਗਭਗ 87 ਤੋਂ ਲੈ ਕੇ 90 ਜਿਹੜੇ ਖਿਡਾਰੀ ਸੀ ਆਲਰੇਡੀ COVID-19 ਵਾਇਰਸ ਦਾ ਸ਼ਿਕਾਰ ਹੋ ਚੁੱਕੇ ਆ। ਹਾਲਾਂਕਿ ਇਸ ਟਾਈਮ ਉੱਥੇ ਕੋਈ ਸਪੈਕਟੇਟਰਸ ਨਹੀਂ ਆ, ਕੋਈ ਆਡੀਅנס ਨਹੀਂ ਹੈ, ਕੋਈ ਦਰਸ਼ਕ ਨਹੀਂ ਆ ਉੱਥੇ, ਇਕੱਲੇ ਉਹ ਖਿਡਾਰੀ। ਅਸੀਂ 127 ਦੇ ਕਰੀਬ ਖਿਡਾਰੀ ਭੇਜੇ ਆ, ਔਰ ਚਾਹੁੰਦੇ ਆ, ਕਿਉਂਕਿ ਸਾਡੀਆਂ ਜਿਹੜੀਆਂ ਪਿਛਲੀ ਕਾਰਗੁਜ਼ਾਰੀ ਕੋਈ ਜ਼ਿਆਦਾ ਵਧੀਆ ਨਹੀਂ ਰਹੀ। ਜੇ 2016 ਦੇ ਵਿੱਚ ਬ੍ਰਾਜ਼ੀਲ ਦੇ ਵਿੱਚ, ਰੀਓ ਦੇ ਵਿੱਚ ਹੋਈਆਂ ਸੀ, ਉਦੋਂ ਅਸੀਂ ਸਿਰਫ ਮੈਡਲ ਜਿੱਤੇ ਸੀ, ਤੇ ਉਸ ਤੋਂ ਜੇ ਪਿੱਛੇ ਚਲੇ ਜਾਓ, ਉਦੋਂ ਸਾਡੇ 6 ਮੈਡਲ ਆਏ ਸੀ ਸੰਨ 2012 ਦੇ ਵਿੱਚ। ਦੇਖੋ ਐਤਕੀ ਆਸ ਵੱਜੀ ਆ। ਇਸ ਟਾਈਮ ਅਸੀਂ 12ਵੇਂ ਨੰਬਰ ਤੇ ਖੜੇ ਆ। ਚੀਨ ਪਹਿਲੇ ਨੰਬਰ ਤੇ 3 골ਡ ਮੈਡਲ ਆਲਰੇਡੀ ਲੈ ਕੇ ਜਾ ਚੁੱਕਾ। 골ਡ ਮੈਡਲ ਅਖੀਰਲੀ ਵਾਰੀ ਮੈਨੂੰ ਲੱਗਦਾ ਅਭਿਨਵ ਬਿੰਦਰਾ ਨੇ ਜਿੱਤਿਆ ਸੀ, 에ਅਰ ਪਿਸਟਲ ਦੇ ਵਿੱਚ 10 ਮੀਟਰ ਦੀ ਉਹਨਾਂ ਨੇ ਕੀਤੀ ਸੀ। ਤੇ ਜਿਹੜੀ ਤੁਸੀਂ ਗੱਲ ਕੀਤੀ, ਜੇ ਇੱਕ ਬੱਚਾ ਕਰ ਦੋ, ਤੇ ਉਹਨਾਂ ਨੇ ਸਾਰੀਆਂ ਫੈਸਿਲਿਟੀਆਂ, ਸਹੂਲਤਾਂ ਉਹਨਾਂ ਦੇ ਘਰਦਿਆਂ ਨੇ ਲੈ ਕੇ ਦਿੱਤੀਆਂ ਸੀ। ਆਪ ਉਹਨਾਂ ਨੇ ਪ੍ਰੈਕਟਿਸ ਕੀਤੀ ਸੀ, ਜਿਹੜੀ ਫਾਇਰਿੰਗ ਰੇਂਜ ਸੀ ਉਹਨਾਂ ਨੇ ਆਪਣੇ ਘਰ ਲਾਈ ਸੀ, ਤੇ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿਸ ਤਰ੍ਹਾਂ ਦੀ ਸਹੂਲਤਾਂ। ਸੋ ਇਹ ਹੈ, ਆਪਾਂ ਇਸ ਤੇ ਗੱਲ ਕਰਦੇ ਰਵਾਂਗੇ ਤੇ ਦੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ 올림픽ਸ ਦੇ ਵਿੱਚ ਭਾਰਤ ਦਾ ਕੀ ਪ੍ਰਦਰਸ਼ਨ ਰਹਿੰਦਾ। ਜੀ ਮਨਪ੍ਰੀਤ, ਬਹੁਤ ਮਿਹਰਬਾਨੀ। ਔਰ ਖਾਸ ਤੌਰ ਤੇ ਜਿਨ੍ਹਾਂ ਨੂੰ ਅਸੀਂ ਖਬਰਾਂ ਦਾ ਆਧਾਰ ਬਣਾਇਆ, ਮਦਨ ਮੋਹਨ ਮਿੱਤਲ ਜੀ, ਚੀਮਾ ਜੀ, ਹਰਪਾਲ ਚੀਮਾ ਜੀ ਔਰ ਰਾਜਕੁਮਾਰ ਵੇਰਕਾ ਜੀ, ਜਜ਼ਬੇ ਬਣਾਈ ਰੱਖਿਓ, ਖਬਰ ਪੈਦਾ ਕਰਦੇ ਰਹੋ। ਇਸ ਤਰ੍ਹਾਂ ਦੀਆਂ ਵਿਅੰਗਾਤਮਕ ਖਬਰਾਂ ਨਾਲ ਸਵਾਦ ਬਣਾਉਣ ਦਾ, ਕਿਉਂਕਿ ਇਹਦੇ ਵਿੱਚ ਹੀ ਹਕੀਕਤ ਛੁਪੀ ਹੋਈ ਆ।
ਮੈਨੂੰ ਸੁਨੀਲ ਜਾਖੜ ਦਾ ਉਸ ਦਿਨ ਦਾ ਜਿਹੜਾ ਪ੍ਰਸੰਗ ਹੈ ਉਹ ਭੁੱਲਦਾ ਨਹੀਂ ਕਿ ਦਰਦ ਏਦਾਂ ਜ਼ੁਬਾਨ ਤੇ ਆਇਆ ਕਿ ਲਹਿਰ ਬਣ ਗਈ। ਹੁਣ ਤਾਂ ਕਹਿੰਦੇ ਜੀ ਵਿਰੋਧ ਦਾ ਇਹੀ ਤਰੀਕਾ ਸਭ ਤੋਂ ਬਿਹਤਰ ਆ ਕਿ ਵਿਅੰਗ ਚ ਲਿਆ ਕੇ ਕਰੋ, ਉਦਾਂ ਵਿਰੋਧ ਕਰੋ ਤੇ ਲੋਕ ਦੁਸ਼ਮਣ ਸਮਝਣ ਲੱਗ ਪੈਂਦੇ ਆ। ਇਹ ਤਾਂ ਹਮਦਰਦੀ ਵੀ ਮਿਲ ਜਾਂਦੀ ਆ ਤੇ ਮੁੱਦਾ ਵੀ ਬਣ ਜਾਂਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।